Sing it out. Our God reigns, and our God reigns forever. Your kingdom reigns, and our God reigns, and our God reigns forever. Your kingdom reigns, and our God ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਪ੍ਰਭੂ ਯੇਸ਼ੂ ਹਾ ਮਸੀਹਾ ਜੀ ਦੇ ਸਰਵ ਸ਼ਕਤੀਸ਼ਾਲੀ ਜ਼ਿੰਦਾ ਨਾਮ ਦੇ ਵਿੱਚ ਆਪ ਸਭ ਦਾ ਜੀ ਆਇਆਂ ਨੂੰ ਮਸੀਹ ਕੀ ਬੰਦਗੀ ਦੇ ਵੱਲੋਂ, ਚਰਚ ਆਫ ਬਹਿਰੀਨ ਦੇ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਹੈ ਇਸ ਆਨਲਾਈਨ ਬੰਦਗੀ ਦੇ ਵਿੱਚ। ਔਰ ਪ੍ਰਭੂ ਯੇਸ਼ੂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਦਇਆ ਔਰ ਕਿਰਪਾ ਦੇ ਨਾਲ ਸਾਨੂੰ ਪਿਛਲਾ ਹਫਤਾ ਸੰਭਾਲ ਕੇ ਰੱਖਿਆ। ਹਾਲੇਲੂਇਆ। ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੂ ਯੇਸ਼ੂ ਨੇ ਤੁਹਾਨੂੰ ਆਪਣੇ ਪਵਿੱਤਰ ਹੱਥਾਂ ਦੇ ਨਾਲ ਸੰਭਾਲਿਆ ਹੈ, ਤੁਹਾਡੇ ਪਰਿਵਾਰ ਨੂੰ ਖੁਸ਼ਹਾਲੀ ਔਰ ਤਰੱਕੀ ਦਿੱਤੀ ਹੈ। ਹਾਲੇਲੂਇਆ। ਆਓ ਅਸੀਂ ਉਸ ਪ੍ਰਭੂ ਯੇਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਨੂੰ ਧੰਨਵਾਦ ਕਰੀਏ, ਮਹਿਮਾ ਦੀ ਆਪਣੀਆਂ ਅੱਖਾਂ ਬੰਦ ਕਰੀਏ। ਜਿਸ ਵੀ ਜਗ੍ਹਾ 'ਤੇ ਹੋ, ਜਿਸ ਵੀ ਹਾਲਾਤ ਦੇ ਵਿੱਚ ਹੋ, ਆਪਣੇ ਆਪ ਨੂੰ ਸਮਰਪਣ ਕਰੀਏ ਔਰ ਪ੍ਰਭੂ ਯੇਸ਼ੂ ਦਾ ਧੰਨਵਾਦ ਕਰਕੇ ਆਪਣੇ ਮੂੰਹ ਨੂੰ ਖੋਲੀਏ। ਹਾਲੇਲੂਇਆ। ਪ੍ਰਭੂ ਯੇਸ਼ੂ ਜੀ, ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਯੇਸ਼ੂ ਅੱਜ ਦੇ ਸੁੰਦਰ ਦਿਨ ਦੇ ਲਈ। ਪ੍ਰਭੂ ਜੀ, ਅੱਜ ਖੂਬਸੂਰਤ ਸਮਾਂ ਜੋ ਤੁਸੀਂ ਦਿੱਤਾ ਹੈ ਪ੍ਰਭੂ ਜੀ, ਆਪਣੇ ਪਵਿੱਤਰ ਚਰਨਾਂ ਦੇ ਵਿੱਚ ਸਾਨੂੰ ਇਕੱਤਰ ਕੀਤਾ ਹੈ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੀ ਮਹਿਮਾ ਕਰਦੇ ਹਾਂ ਪ੍ਰਭੂ ਜੀ। ਤੁਸੀਂ ਸਾਨੂੰ ਪੂਰਾ ਹਫਤਾ ਸੰਭਾਲ ਕੇ ਰੱਖਿਆ, ਤਮਾਮ ਬਿਮਾਰੀਆਂ ਤੋਂ, ਐਕਸੀਡੈਂਟਾਂ ਤੋਂ, ਸ਼ੈਤਾਨ ਦੀਆਂ ਯੋਜਨਾਵਾਂ ਤੋਂ ਸੁਰੱਖਿਅਤ ਰੱਖਿਆ ਪ੍ਰਭੂ ਜੀ। ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਜੋ ਸਾਡੇ ਨਾਲ ਇਸ ਵਕਤ ਆਨਲਾਈਨ ਜੁੜੇ ਹੋਏ ਹਨ ਪ੍ਰਭੂ ਯੇਸ਼ੂ, ਜਿਨ੍ਹਾਂ ਨੇ ਵੀ ਪ੍ਰਭੂ ਯੇਸ਼ੂ ਤੁਹਾਡੇ ਪਵਿੱਤਰ ਨਾਮ ਨੂੰ ਮਹਿਮਾ ਦੇਣ ਦੇ ਲਈ ਇਸ ਵਕਤ ਸਾਡੇ ਨਾਲ ਜੁਆਇਨ ਕੀਤਾ ਹੈ ਪ੍ਰਭੂ ਜੀ। ਅਸੀਂ ਸਭ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਸਭ ਨੂੰ ਬਲੈਸ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ। ਔਰ ਪ੍ਰਭੂ ਜੀ ਇਹਨਾਂ ਦੇ ਜੀਵਨ ਦੇ ਵਿੱਚ ਤੁਹਾਡੇ ਨਾਮ ਦੇ ਵਿੱਚ ਪ੍ਰਭੂ ਯੇਸ਼ੂ ਤਰੱਕੀ ਆਵੇ, ਖੁਸ਼ਹਾਲੀ ਆਵੇ ਔਰ ਪ੍ਰਭੂ ਯੇਸ਼ੂ ਚਮਤਕਾਰੀ ਕੰਮ ਹੋਣ ਖੁਦਾਵੰਦ ਯੇਸ਼ੂ ਜੀ। ਜੋ ਵੀ ਪ੍ਰਭੂ ਜੀ ਬਿਮਾਰ ਹਨ ਪ੍ਰਭੂ ਯੇਸ਼ੂ ਦੇ ਨਾਮ 'ਚ ਚੰਗੇ ਹੋ ਜਾਣ, ਜੋ ਵੀ ਦੁਸ਼ਟ ਆਤਮਾ ਦੇ ਸਤਾਏ ਹੋਏ ਹਨ ਪ੍ਰਭੂ ਯੇਸ਼ੂ ਦੇ ਨਾਲ ਅੱਜ ਆਜ਼ਾਦ ਹੋ ਜਾਣ। ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਜੀ ਬਦਲਾਵ ਆ ਜਾਵੇ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇਸ ਇੰਟਰਨੈਟ ਸੁਵਿਧਾ ਦੇ ਲਈ, ਇਹਨਾਂ ਮੋਬਾਈਲ ਏਜੰਸੀਆਂ ਦੇ ਲਈ ਪ੍ਰਭੂ ਯੇਸ਼ੂ, ਜਿਨ੍ਹਾਂ ਦੇ ਦੁਆਰਾ ਪ੍ਰਭੂ ਜੀ ਅਸੀਂ ਸਾਰੇ ਇੱਕ ਮਨ ਹੋ ਕੇ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਇਕੱਠੇ ਹੋਏ ਹਾਂ ਪ੍ਰਭੂ ਜੀ। ਖੁਦਾਵੰਦ ਜੀ, ਅਸੀਂ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਨੇ ਪ੍ਰਭੂ ਯੇਸ਼ੂ ਜੀ। ਸਾਡੀ ਪੂਰੀ ਟੀਮ ਨੂੰ, ਬ੍ਰਦਰ ਟੀਨੂ ਨੂੰ ਔਰ ਅਸੀਂ ਆਪਣੇ ਆਪ ਨੂੰ ਵੀ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਨੇ ਪ੍ਰਭੂ ਯੇਸ਼ੂ। ਜੋ ਵੀ ਪ੍ਰਭੂ ਜੀ ਅਸੀਂ ਅੱਜ ਤੁਹਾਡੀ ਮਹਿਮਾ ਦੇ ਲਈ, ਤੁਹਾਡੀ ਆਰਾਧਨਾ ਦੇ ਲਈ ਗੀਤ ਭਜਨ ਗਾਈਏ ਪ੍ਰਭੂ, ਉਹ ਤੁਹਾਨੂੰ ਪਸੰਦ ਆਉਣ ਪ੍ਰਭੂ ਯੇਸ਼ੂ ਜੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਯੇਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਹਾਲੇਲੂਇਆ। ਪ੍ਰਭੂ ਯੇਸ਼ੂ ਮਹਾਨ ਹਨ, ਪ੍ਰਭੂ ਯੇਸ਼ੂ ਦਾ ਨਾਮ ਮਹਾਨ ਹੈ। ਹਾਲੇਲੂਇਆ। ਜਦੋਂ ਵੀ ਅਸੀਂ ਪ੍ਰਭੂ ਯੇਸ਼ੂ ਜੀ ਦੇ ਪਵਿੱਤਰ ਨਾਮ ਨੂੰ ਪੁਕਾਰਦੇ ਹਾਂ, ਜਦੋਂ ਵੀ ਅਸੀਂ ਪ੍ਰਭੂ ਯੇਸ਼ੂ ਦੇ ਨਾਮ ਨੂੰ ਉੱਚੀ ਆਵਾਜ਼ ਦੇ ਨਾਲ ਪੁਕਾਰਦੇ ਹਾਂ, ਪ੍ਰਭੂ ਯੇਸ਼ੂ ਸਾਡੇ ਅੰਗ ਸੰਗ ਹੁੰਦੇ ਹਨ। ਹਾਲੇਲੂਇਆ। ਆਓ ਅਸੀਂ ਉਸ ਧੰਨ ਨਾਮ ਨੂੰ, ਉਹ ਪ੍ਰਭੂ ਯੇਸ਼ੂ ਦੇ ਪਵਿੱਤਰ ਨਾਮ ਨੂੰ ਪੁਕਾਰਦੇ ਹੋਏ ਉਹਦੀ ਅਸੀਂ ਆਰਾਧਨਾ ਦੇ ਵਿੱਚ ਚੱਲਦੇ ਹਾਂ। ਆਪਣੇ ਆਪ ਨੂੰ ਸਮਰਪਣ ਕਰੀਏ, ਆਪਣੇ ਆਪ ਨੂੰ ਪ੍ਰਭੂ ਯੇਸ਼ੂ ਦੇ ਅਧੀਨ ਕਰ ਦਈਏ। ਥੈਂਕ ਯੂ ਯੇਸ਼ੂ, ਥੈਂਕ ਯੂ ਯੇਸ਼ੂ।
पवित्र है। स्तुति योग्य यीशु नाम, हर एक सुबह ये गाएगी, यीशु पवित्र है, यीशु पवित्र है, यीशु पवित्र है, यीशु पवित्र है, मेरा यीशु पवित्र है। हालेलुया आमीन, हालेलुया आमीन, हालेलुया आमीन, हालेलुया आमीन। मेरे पापों को धो दिया परमेश्वर का निर्दोष में ना, हर एक जुबान ये गाएगी, यीशु पवित्र है। मेरे पापों को धो दिया परमेश्वर का निर्दोष में ना, हर एक जुबान ये गाएगी, यीशु पवित्र है, यीशु पवित्र है, यीशु पवित्र है, यीशु पवित्र है, मेरा यीशु पवित्र है। हालेलुया आमीन, हालेलुया आमीन, हालेलुया आमीन। we worship you, हालेलुया आमीन। स्वर्गदूत और सारी सृष्टि पुकारते एक नाम को, हर एक जुबान ये गाएगी, यीशु पवित्र है। स्वर्गदूत और सारी सृष्टि पुकारते नाम को, हर एक जुबान ये गाएगी, यीशु पवित्र है, यीशु पवित्र है, यीशु पवित्र है, यीशु पवित्र है, मेरा यीशु पवित्र है। हालेलुया आमीन, हालेलुया आमीन, हालेलुया आमीन, हालेलुया आमीन। धन्य धन्य यीशु नाम, स्तुति करो यीशु नाम, हर एक जुबान ये गाएगी, यीशु पवित्र है। धन्य धन्य यीशु नाम, स्तुति करो यीशु नाम, हर एक जुबान ये गाएगी,
जने एक आवाज दे नाल यीशु पवित्र है मेरा यीशु पवित्र है यीशु पवित्र है यीशु पवित्र है कोई दूसरा नहीं है कोई भी इस जहान दे विच नहीं है यीशु ही पवित्र है हमारा यीशु पवित्र है मिलके यीशु पवित्र है 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 यीशु पवित्र अपनी ऊंची आवाज़ दे नाल गाओ हालेलुया वही पवित्र है यीशु पवित्र है यीशु पवित्र है यीशु पवित्र है क्योंकि स्वर्गदूत भी पुकारते हैं पवित्र 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 हालेलुया 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 we worship you हालेलुया oh Jesus स्वर्गदूत और सारी सृष्टि पुकारते नाम हर एक जुबान गाएगी यीशु पवित्र है स्वर्गदूत और सारी सृष्टि पुकारते नाम हर एक जुबान की गाएगी यीशु पवित्र है हालेलुया यीशु पवित्र है यीशु पवित्र है प्रभु यीशु पवित्र है मेरा यीशु पवित्र है यीशु पवित्र है यीशु पवित्र है यीशु पवित्र है मेरा यीशु पवित्र हालेलुया हालेलुया आमेन हालेलुया we worship you we lift your name Jesus हालेलुया आमीन हालेलुया आमीन हालेलुया 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 yes हालेलुया 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 अपने आप को प्रभु यीशु की आराधना के लिए त्याग वही आराधना के योग्य है महिमा के योग्य प्रशंसा के योग्य पवित्र परमेश्वर प्रभु यीशु we worship you Lord प्रभु यीशु ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ ਪ੍ਰਭੂ ਯੀਸ਼ੂ Karau bator shika pahover yanda natoro basika bator shika
अपने दिल तो प्रभु यीशु की आराधना करें। प्रभु यीशु, we worship you Lord, We lift your name. we worship you We Lord, lift your name. we worship you Lord. Jesus, name above all names. Jesus, Rikaroria name above all names. Rikora bashika mondaria mandara Beautiful kapa. Savior, the glorious Lord, we worship you. Thank you Yeshua। प्रभु यीशु हा मसीहा जी ਦੇ ਸਰਵ ਸ਼ਕਤੀਸ਼ਾਲੀ ਨਾਮ 'ਚ ਪ੍ਰਭੂ ਜੀ ਅਸੀਂ ਸ਼ੁਕਰ ਕਰਦੇ ਹਾਂ। ਜੋ ਪ੍ਰਭੂ ਯੀਸ਼ੂ ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ, ਅਸੀਂ ਧੰਨਵਾਦ ਕਰਦੇ ਹਾਂ ਕਿ Jesus, ਤੁਸੀਂ ਇਸ ਸੰਸਾਰ ਦੇ ਮੂਰਖਾਂ ਨੂੰ ਸਾਨੂੰ ਚੁਣ ਲਿਆ। ਪ੍ਰਭੂ ਯੀਸ਼ੂ, ਇਸ ਸੰਸਾਰ ਤੋਂ ਸਾਨੂੰ ਅਲੱਗ ਕੀਤਾ ਤਾਂ ਕਿ ਅਸੀਂ ਤੁਹਾਡੇ ਨਾਮ ਨੂੰ ਪ੍ਰਸ਼ੰਸਾ ਦੇ ਸਕੀਏ, ਅਸੀਂ ਤੁਹਾਡੇ ਨਾਮ ਨੂੰ ਆਰਾਧਨਾ ਦੇ ਸਕੀਏ। ਪ੍ਰਭੂ ਯੀਸ਼ੂ, ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ, ਤੁਸੀਂ ਆਪਣੇ ਆਪ ਨੂੰ ਪ੍ਰਭੂ ਯੀਸ਼ੂ ਸਾਡੇ ਵਿਚਕਾਰ ਲੈ ਕੇ ਆਂਦਾ। ਪ੍ਰਭੂ ਯੀਸ਼ੂ, ਕਿਉਂਕਿ ਤੁਹਾਡਾ ਵਚਨ ਸੱਚਾ ਹੈ। ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇੱਕ ਮਨ ਹੋ ਕੇ ਇਕੱਠੇ ਹੁੰਦੇ ਹਨ, ਮੈਂ ਉਹਨਾਂ ਦੇ ਵਿਚਕਾਰ ਹੁੰਦਾ ਹਾਂ। ਔਰ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਯੀਸ਼ੂ ਤੁਸੀਂ ਸਾਡੇ ਵਿਚਕਾਰ ਹੋ। ਜੈਸੇ ਅਸੀਂ ਸਰੀਰਕ ਤੌਰ ਤੇ ਪ੍ਰਭੂ ਜੀ ਸਾਰੇ ਅਸੀਂ ਅਲੱਗ ਹਾਂ, ਪਰ ਆਤਮਾ ਦੇ ਵਿੱਚ ਅਸੀਂ ਆਪਣੇ ਪਿਤਾ ਦੇ, ਆਪਣੇ ਪਰਮੇਸ਼ਵਰ ਦੇ, ਪ੍ਰਭੂ ਯੀਸ਼ੂ ਦੇ ਸਿੰਘਾਸਨ ਦੇ ਸਾਹਮਣੇ ਹਾਂ। ਔਰ ਪ੍ਰਭੂ ਯੀਸ਼ੂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਡੀ ਭਰਪੂਰੀ, ਤੁਹਾਡੀ ਮੌਜੂਦਗੀ ਸਾਨੂੰ ਬਲੈਸ ਕਰਦੀ ਹੈ, ਭਰਪੂਰ ਕਰਦੀ ਹੈ। ਪ੍ਰਭੂ ਯੀਸ਼ੂ, ਕੋਈ ਵੀ ਸਾਡੇ ਚੋਂ ਹੁਣ ਰਿਹਾ ਹੋਇਆ ਨਹੀਂ ਹੈ ਪ੍ਰਭੂ, ਕਿਉਂਕਿ ਤੁਸੀਂ ਸਭ ਨੂੰ ਛੂ ਲਿਆ ਹੈ, ਕਿਉਂਕਿ ਅਸੀਂ ਤੁਹਾਡੇ ਨਾਮ ਦੀ ਆਰਾਧਨਾ ਕੀਤੀ ਹੈ ਪ੍ਰਭੂ। ਔਰ ਤੁਹਾਡਾ ਵਚਨ ਕਹਿੰਦਾ ਹੈ ਜੋ ਕੋਈ ਮੇਰਾ ਨਾਮ ਪੁਕਾਰੇਗਾ ਉਹ ਬਚਾਇਆ ਜਾਏਗਾ। ਪ੍ਰਭੂ ਯੀਸ਼ੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਅੱਜ ਦੇ ਪਵਿੱਤਰ ਵਚਨ ਦੇ ਲਈ। ਪ੍ਰਭੂ ਯੀਸ਼ੂ, ਮੈਂ ਸਭ ਦੇ ਲਈ ਦੁਆ ਕਰਦਾ ਪ੍ਰਭੂ ਯੀਸ਼ੂ, ਜੋ ਵੀ ਅੱਜ ਦਾ ਪਵਿੱਤਰ ਵਚਨ ਸੁਣਨ ਦੇ ਲਈ ਆਪਣੇ ਦਿਲ ਦੀ ਜ਼ਮੀਨ ਨੂੰ ਤੁਹਾਡੇ ਅੱਗੇ ਰੱਖੀ ਬੈਠੇ ਹਨ, ਖੋਲੀ ਬੈਠੇ ਹਨ ਪ੍ਰਭੂ ਯੀਸ਼ੂ, ਉਹਨਾਂ ਦੀ ਜ਼ਮੀਨ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਸ਼ੁੱਧ ਕਰਦੇ ਹਾਂ ਪ੍ਰਭੂ ਯੀਸ਼ੂ। ਉਹਨਾਂ ਦੇ ਸਰੀਰ, ਆਤਮਾ ਤੇ ਮਨਾਂ ਨੂੰ ਅਸੀਂ ਪ੍ਰਭੂ ਯੀਸ਼ੂ ਦਾ ਲਹੂ ਛਿੜਕ ਕੇ ਸ਼ੁੱਧ ਕਰਦੇ ਹਾਂ ਪ੍ਰਭੂ ਜੀ। ਔਰ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਅੱਜ ਦਾ ਪਵਿੱਤਰ ਵਚਨ ਪ੍ਰਭੂ ਜੀ 30 ਗੁਣਾ, 60 ਗੁਣਾ, 100 ਗੁਣਾ ਫਲ ਲੈ ਕੇ ਆਵੇਗਾ ਪ੍ਰਭੂ ਯੀਸ਼ੂ। ਸਾਰਾ ਆਦਰ ਮਾਨ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ ਪ੍ਰਭੂ ਯੀਸ਼ੂ ਹਾਂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯੀਸ਼ੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਣ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਅੱਜ ਦੀ ਆਰਾਧਨਾ ਦੇ ਵਿੱਚ ਪ੍ਰਭੂ ਯੀਸ਼ੂ ਨੇ ਤੁਹਾਨੂੰ ਸਭ ਨੂੰ ਬਲੈਸ ਕੀਤਾ ਹੈ। ਹਾਲੇਲੂਇਆ। ਕਿਉਂਕਿ ਜਦੋਂ ਵੀ ਅਸੀਂ ਪ੍ਰਭੂ ਯੀਸ਼ੂ ਦਾ ਪਵਿੱਤਰ ਨਾਮ ਪੁਕਾਰਦੇ ਹਾਂ, ਜਦੋਂ ਅਸੀਂ ਉਹਨਾਂ ਦੀ ਆਰਾਧਨਾ ਕਰਦੇ ਹਾਂ, ਉਸ ਵਕਤ ਪ੍ਰਭੂ ਯੀਸ਼ੂ ਆਪ ਮੌਜੂਦ ਹੋ ਕੇ ਤੁਹਾਨੂੰ ਬਲੈਸ ਕਰਦੇ ਹਨ, ਤੁਹਾਡੀ ਆਰਾਧਨਾ ਨੂੰ ਪ੍ਰਭੂ ਯੀਸ਼ੂ ਸਵੀਕਾਰ ਕਰਦੇ ਹਨ। ਹਾਲੇਲੂਇਆ। ਪ੍ਰਭੂ ਯੀਸ਼ੂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਕਿ ਸਾਨੂੰ ਪੂਰਾ ਹਫਤਾ ਸੰਭਾਲਿਆ, ਆਪਣੇ ਪਵਿੱਤਰ ਹੱਥਾਂ 'ਚ ਸੰਭਾਲ ਕੇ ਰੱਖਿਆ, ਸਾਡੇ ਪਰਿਵਾਰ ਦੀ, ਸਾਡੇ ਕੰਮ ਦੀ, ਸਾਡੇ ਸਾਰੇ ਕਾਰੋਬਾਰ ਦੀ ਸੁਰੱਖਿਆ ਉਹਨਾਂ ਨੇ ਕੀਤੀ। ਹਾਲੇਲੂਇਆ। ਤਮਾਮ ਬਿਮਾਰੀਆਂ ਤੋਂ, ਐਕਸੀਡੈਂਟਾਂ ਤੋਂ ਔਰ ਸ਼ੈਤਾਨ ਦੀਆਂ ਯੋਜਨਾਵਾਂ ਤੋਂ ਸਾਨੂੰ ਸੁਰੱਖਿਅਤ ਰੱਖਿਆ, ਸਾਡੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਿਆ। ਅਸੀਂ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਔਰ ਅਸੀਂ ਧੰਨਵਾਦ ਕਰਦੇ ਹਾਂ ਕਿ ਇੱਕ ਵਾਰੀ ਫਿਰ ਸਾਨੂੰ ਅੱਜ ਆਪਣੇ ਪਵਿੱਤਰ ਵਚਨ ਦੇ ਨਾਲ ਪ੍ਰਭੂ ਯੀਸ਼ੂ ਨੇ ਸਾਨੂੰ ਜੋ ਬਲੈਸ ਕਰਨ ਦੇ ਲਈ ਇੱਕ ਵਾਰੀ ਫਿਰ ਇਕੱਠਿਆਂ ਕੀਤਾ ਹੈ। ਅਸੀਂ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਔਰ ਅਸੀਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ ਜੋ ਇਸ ਵਕਤ ਸਾਨੂੰ ਸੁਣ ਰਹੇ ਹਨ। ਅੱਜ ਦਾ ਪਵਿੱਤਰ ਵਚਨ ਤੁਹਾਡੇ ਜੀਵਨ ਦੇ ਵਿੱਚ ਬਹੁਤਾਇਤ ਦੇ ਨਾਲ ਆਸ਼ੀਸ਼ ਲੈ ਕੇ ਆਵੇ, ਬਹੁਤਾਇਤ ਦੇ ਨਾਲ ਉਹ ਬਰਕਤ ਲੈ ਕੇ ਆਵੇ, ਔਰ ਤੁਸੀਂ ਉਸ ਵਚਨ ਦੇ ਨਾਲ ਆਪ ਵੀ ਭਰ ਜਾਓ ਔਰ ਤੁਹਾਡੇ ਦੁਆਰਾ ਦੂਸਰੇ ਵੀ ਪ੍ਰਭੂ ਯੀਸ਼ੂ ਦੇ ਪਵਿੱਤਰ ਵਚਨ ਨਾਲ ਭਰ ਜਾਣ। ਹਾਲੇਲੂਇਆ, ਹਾਲੇਲੂਇਆ। ਤੋ ਪ੍ਰਭੂ ਯੀਸ਼ੂ ਦੇ ਪਵਿੱਤਰ ਵਚਨ ਦੇ ਵਿੱਚ ਅਸੀਂ ਚੱਲਦੇ ਹਾਂ। ਜੋ ਅੱਜ ਦਾ ਵਚਨ ਹੈ ਮੈਂ ਤੁਹਾਡੇ ਨਾਲ ਮੱਤੀ ਦੀ ਅੰਜੀਲ 8 ਅਧਿਆਇ ਦਾ ਇੱਕ ਵਚਨ ਪੜਾਂਗਾ। ਮੱਤੀ ਦੀ ਅੰਜੀਲ 8 ਅਧਿਆਇ ਦਾ ਇੱਕ ਵਚਨ ਤੋਂ ਆਪਾਂ ਪੜਾਂਗੇ। ਜਾਂ ਉਹ ਪਹਾੜੋਂ ਉਤਰਿਆ ਤਾਂ ਵੱਡੀ ਭੀੜ ਉਸ ਦੇ ਮਗਰ ਲੱਗ ਪਈ।
ਹਾਲੇਲੂਇਆ। ਬਾਈਬਲ 'ਚ ਲਿਖਿਆ, ਜਾਂ ਉਹ ਪਹਾੜੋਂ ਉਤਰਿਆ ਤਾਂ ਵੱਡੀ ਭੀੜ ਉਸ ਦੇ ਮਗਰ ਲੱਗ ਪਈ। ਤਾਂ ਹੁਣ ਸਾਨੂੰ ਇਸ ਵਚਨ ਨੂੰ ਆਪਾਂ ਥੋੜ੍ਹਾ ਜਿਹਾ ਦੇਖਦੇ ਹਾਂ, ਕੀ ਕਹਿਣਾ ਚਾਹੁੰਦਾ ਹੈ ਪਰਮੇਸ਼ਵਰ ਦਾ ਜ਼ਿੰਦਾ ਵਚਨ। ਸਾਨੂੰ ਇੱਕ ਗੱਲ ਦਾ ਖਿਆਲ ਹਰ ਇੱਕ ਨੂੰ ਰੱਖਣਾ ਚਾਹੀਦਾ ਹੈ ਕਿ ਪ੍ਰਭੂ ਯੇਸ਼ੂਆ ਸਭਨਾਂ ਦਾ ਪਰਮੇਸ਼ਵਰ ਹੈ। ਹਾਲੇਲੂਇਆ। ਪ੍ਰਭੂ ਯੇਸ਼ੂਆ ਸਭਨਾਂ ਦਾ ਪਰਮੇਸ਼ਵਰ ਹੈ। ਉਹ ਕਿਸੇ ਇੱਕ ਪਰਸਨਲ ਕਮਿਊਨਿਟੀ ਦਾ ਨਹੀਂ ਹੈ, ਇੱਕ ਪਰਸਨਲ ਕਿਸੇ ਦਾ ਖਾਸ ਨਹੀਂ ਹੈ। ਪ੍ਰਭੂ ਯੇਸ਼ੂਆ ਪੂਰੇ ਸੰਸਾਰ ਦਾ ਪਰਮੇਸ਼ਵਰ ਹੈ। ਪ੍ਰਭੂ ਯੇਸ਼ੂਆ ਇਸ ਜਗਤ ਦੇ ਵਿੱਚ ਸਭ ਦੇ ਲਈ ਆਏ ਹਨ। ਹਾਲੇਲੂਇਆ। ਤੁਸੀਂ ਵੀ ਜੋ ਸਾਨੂੰ ਸੁਣ ਰਹੇ ਹੋ, ਉਹ ਵੀ ਉਹ ਕਹਿ ਸਕਦੇ ਹਨ, ਪ੍ਰਭੂ ਯੇਸ਼ੂਆ ਮੇਰਾ ਪ੍ਰਭੂ ਯੇਸ਼ੂਆ ਹੈ। ਜੋ ਤੁਹਾਡਾ ਗੁਆਂਢੀ ਹੈ ਉਹ ਵੀ ਕਹਿ ਸਕਦਾ ਹੈ, ਪ੍ਰਭੂ ਯੇਸ਼ੂਆ ਮੇਰਾ ਪਰਮੇਸ਼ਵਰ ਹੈ। ਪ੍ਰਭੂ ਯੇਸ਼ੂਆ ਉਸ ਭਾਈ ਦਾ ਪਰਮੇਸ਼ਵਰ ਹੈ। ਪ੍ਰਭੂ ਯੇਸ਼ੂਆ ਉਸ ਦੇਸ਼ ਦਾ ਪਰਮੇਸ਼ਵਰ ਹੈ। ਪ੍ਰਭੂ ਯੇਸ਼ੂਆ ਪੂਰੇ ਜਗਤ ਦਾ ਪਰਮੇਸ਼ਵਰ ਹੈ, ਕਿਉਂਕਿ ਪ੍ਰਭੂ ਯੇਸ਼ੂਆ ਇਸ ਜਗਤ ਦੇ ਵਿੱਚ ਇੱਕ ਖਾਸ ਸ਼ਖਸ ਦੇ ਲਈ ਨਹੀਂ, ਖਾਸ ਦੇਸ਼ ਦੇ ਲਈ ਨਹੀਂ, ਖਾਸ ਲੋਕਾਂ ਦੇ ਲਈ ਨਹੀਂ। ਪ੍ਰਭੂ ਯੇਸ਼ੂਆ ਇਸ ਧਰਤੀ ਦੇ ਉੱਤੇ ਆਏ ਸਾਰੇ ਜਗਤ ਨੂੰ ਬਚਾਉਣ ਦੇ ਲਈ, ਸਾਰੇ ਜਗਤ ਦੇ ਇਹਨਾਂ ਲੋਕਾਂ ਦੇ ਪਾਪ ਨੂੰ ਮਾਫ ਕਰਨ ਦੇ ਲਈ ਪ੍ਰਭੂ ਯੇਸ਼ੂਆ ਇਸ ਜਗਤ ਦੇ ਵਿੱਚ ਆਏ। ਹਾਲੇਲੂਇਆ। ਚਾਹੇ ਤੁਹਾਡੇ ਵਿੱਚੋਂ ਕੋਈ ਗੋਰਾ ਹੈ, ਕਾਲਾ ਹੈ, ਛੋਟਾ ਹੈ, ਲੰਬਾ ਹੈ, ਗਰੀਬ ਹੈ, ਅਮੀਰ ਹੈ, ਭਿਖਾਰੀ ਹੈ ਜਾਂ ਰਾਜਾ ਹੈ, ਕੋਈ ਵੀ ਕਿਉਂ ਨਾ ਹੋਵੇ, ਕਿਸੇ ਵੀ ਹਾਲਾਤ ਵਿੱਚ ਕਿਉਂ ਨਾ ਹੋਵੇ, ਕਿਸ ਵੀ ਨਾਮ ਦੇ ਨਾਲ ਉਹਨੂੰ ਆਪਾਂ ਪੁਕਾਰਦੇ ਹੋਈਏ, ਹਾਲੇਲੂਇਆ, ਪ੍ਰਭੂ ਯੇਸ਼ੂਆ ਸਭ ਦਾ ਪਰਮੇਸ਼ਵਰ ਹੈ। ਹਾਲੇਲੂਇਆ। ਉਹਦੇ ਲਈ ਕੋਈ ਖਾਸ ਨਾਮ, ਖਾਸ ਜਾਤੀ, ਖਾਸ ਦੇਸ਼, ਖਾਸ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਸਿਰਫ ਦਿਲ ਵਿੱਚ ਇੱਕ ਹੋਣੀ ਚਾਹੀਦਾ ਹੈ, ਪ੍ਰਭੂ ਯੇਸ਼ੂਆ ਸਾਡਾ ਪਰਮੇਸ਼ਵਰ ਹੈ, ਕਿਉਂਕਿ ਪ੍ਰਭੂ ਯੇਸ਼ੂਆ ਸਾਰੀ ਸ੍ਰਿਸ਼ਟੀ ਦਾ ਪਰਮੇਸ਼ਵਰ ਹੈ। ਸਭ ਦਾ ਮਾਲਿਕ ਇੱਕੋ ਹੀ ਹੈ, ਪ੍ਰਭੂ ਯੇਸ਼ੂਆ। ਹਾਲੇਲੂਇਆ। ਹੁਣ ਇੱਕ ਗੱਲ ਦਾ ਤੁਸੀਂ ਆਪ ਦੇਖੋ ਕਿ ਇਹ ਭੀੜ ਜਿਹੜੀ ਹੈ ਸੰਸਾਰ ਹੈ, ਉਹ ਸੰਸਾਰ ਦਾ ਪਰਮੇਸ਼ਵਰ ਹੈ। ਸੰਸਾਰ ਉਹਦੇ ਪਿੱਛੇ ਹੈ, ਭੀੜ ਉਹਦੇ ਪਿੱਛੇ ਹੈ, ਔਰ ਭੀੜ ਦੇ ਵਿੱਚ ਤੁਸੀਂ ਕੌਣ ਹੋ? ਹਾਲੇਲੂਇਆ। ਇਸ ਭੀੜ ਦੇ ਵਿੱਚ ਤੁਸੀਂ ਕੌਣ ਹੋ? ਕਈ ਵਾਰੀ ਮਨੁੱਖ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈ ਕਿ ਮੇਰੇ ਜਿਹਾ ਗਿਆਨ ਕਿਸੇ ਨੂੰ ਵੀ ਨਹੀਂ ਹੈ। ਸੋਚਦਾ ਹੈ ਮੇਰੇ ਵਰਗਾ ਪਰਿਵਾਰ ਕਿਸੇ ਦਾ ਵੀ ਨਹੀਂ ਹੈ। ਸੋਚਦਾ ਹੈ ਮੇਰੇ ਵਰਗੀ ਜੌਬ ਕਿਸੇ ਦੀ ਨਹੀਂ ਹੈ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਧਰਤੀ ਦੇ ਉੱਤੇ ਪਾਪ ਦੇ ਲਹੂ ਦੇ ਨਾਲ ਆਏ ਹੋ। ਇਸ ਧਰਤੀ ਤੇ ਜਦੋਂ ਵੀ ਅਸੀਂ ਆ ਗਏ, ਅਸੀਂ ਇੱਕ ਮਨੁੱਖ, ਇੱਕ ਸਰੀਰ ਦੇ ਰੂਪ ਦੇ ਵਿੱਚ ਆਏ ਹਾਂ, ਔਰ ਪਾਪ ਸਾਡੇ ਲਹੂ ਦੇ ਵਿੱਚ ਹੈ। ਮੈਂ ਕੁੱਲ ਮਿਲਾ ਕੇ ਅਗਰ ਸਾਡਾ ਹਿਸਾਬ ਕਿਤਾਬ ਇਨਸਾਨ ਦਾ ਲਗਾਇਆ ਜਾਵੇ ਤਾਂ ਇਨਸਾਨ ਜਦੋਂ ਉਹਦਾ ਘਟਾ ਵਧਾ ਜੜਾ ਗੁਣਾ ਕਰਕੇ ਅਗਰ ਸਾਡਾ ਨਤੀਜਾ ਕੱਢਿਆ ਜਾਵੇ ਤਾਂ ਸਾਰੇ ਪੱਖੋਂ ਅਸੀਂ ਫੇਲ ਹਾਂ ਔਰ ਪਾਪ ਦੇ ਨਾਲ ਘਿਰੇ ਹੋਏ ਹਾਂ। ਹਾਲੇਲੂਇਆ। ਇਸ ਸੰਸਾਰ ਦੇ ਵਿੱਚ ਚਾਹੇ ਤੁਸੀਂ ਆਪਣੇ ਆਪ ਨੂੰ ਸੋਚਦੇ ਹੋ ਮੈਂ ਤਾਂ ਬਹੁਤ ਰੋਜ਼ੇ ਰੱਖਣ ਵਾਲਾ ਹਾਂ, ਬਹੁਤ ਸਾਰੀ ਚੈਰਿਟੀ ਕਰਨ ਵਾਲਾ ਹਾਂ, ਬਹੁਤ ਸਾਰੇ ਮੇਰੇ ਧਰਮ ਦੇ ਕੰਮ ਹੋਏ ਹਨ, ਮੈਂ ਤਾਂ ਕੋਈ ਵੀ ਪਾਪ ਨਹੀਂ ਕਰਦਾ, ਪਰ ਸਾਡੇ ਲਹੂ ਦੇ ਵਿੱਚ ਪਾਪ ਘੁਲਿਆ ਹੋਇਆ ਹੈ। ਉਹ ਪਾਪ ਸਾਨੂੰ ਕੰਟਰੋਲ ਕਰਦਾ ਹੈ, ਸਾਡੇ ਉੱਤੇ ਹਾਵੀ ਹੁੰਦਾ ਹੈ। ਇੱਕ ਮਨੁੱਖ ਪਾਪ ਦੇ ਨਾਲ ਹੀ ਇਸ ਧਰਤੀ ਦੇ ਉੱਤੇ ਪੈਦਾ ਹੁੰਦਾ ਹੈ। ਹਾਲੇਲੂਇਆ। ਇਹ ਕੰਡੀਸ਼ਨ ਸਾਡੀ ਹੈ, ਔਰ ਉਸੇ ਭੀੜ ਦੇ ਵਿੱਚ ਅਸੀਂ ਜਦੋਂ ਪ੍ਰਭੂ ਯੇਸ਼ੂਆ ਨੂੰ ਦੇਖਦੇ ਹਾਂ ਤਾਂ ਪ੍ਰਭੂ ਯੇਸ਼ੂਆ ਉਹ ਪਰਮੇਸ਼ਵਰ ਹੈ। ਪ੍ਰਭੂ ਯੇਸ਼ੂਆ ਉਹ ਰਚਨਾ ਕਰਨ ਵਾਲਾ ਪਰਮੇਸ਼ਵਰ ਹੈ। ਪ੍ਰਭੂ ਯੇਸ਼ੂਆ ਕੌਣ ਹੈ? ਆਦ ਹੈ, ਅੰਤ ਹੈ, ਅਲਫਾ ਤੇ ਓਮੇਗਾ ਹੈ। ਹਾਲੇਲੂਇਆ। ਪ੍ਰਭੂ ਯੇਸ਼ੂਆ ਸਮਿਆਂ ਤੋਂ ਉੱਪਰ ਹੈ, ਪਰ ਮਨੁੱਖ ਕਿੱਥੇ ਹੈ? ਤੁਸੀਂ ਕਿੱਥੇ ਹੋ? ਤੁਸੀਂ ਸਮਿਆਂ ਦੇ ਅੰਦਰ ਹੋ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਪਰਮੇਸ਼ਵਰ ਨੇ ਮਨੁੱਖ ਦੀ ਉਮਰ 120 ਸਾਲ ਤੱਕ ਕਰ ਦਿੱਤੀ, ਪਰ ਹੁਣ ਪ੍ਰਭੂ ਦੀ ਕਿਰਪਾ ਨਾਲ ਹੀ ਕੋਈ 70-80 ਸਾਲ ਗੁਜ਼ਾਰਦਾ ਹੈ। ਮੇਰੇ ਭੈਣੋ ਤੇ ਭਰਾਵੋ, ਅਸੀਂ ਸਮੇਂ ਦੇ ਅੰਦਰ ਜਿਉਂਦੇ ਹਾਂ, ਅਸੀਂ ਸਮੇਂ ਦੇ ਲਿਮਟ ਦੇ ਵਿੱਚ ਰਹਿੰਦੇ ਹਾਂ। ਪ੍ਰਭੂ ਯੇਸ਼ੂਆ ਨੂੰ ਸਮੇਂ ਦੀ ਲੋੜ ਨਹੀਂ, ਉਹ ਸਮਿਆਂ ਤੋਂ ਉੱਤੇ ਹੈ।
ਸ਼ੁਰੂ ਉਹਦੇ ਤੋਂ ਹੈ। ਹਾਲੇਲੂਇਆ। ਉਹਦੇ ਵਿੱਚ ਹੀ ਸਭ ਕੁਝ ਰਚਿਆ ਗਿਆ ਹੈ। ਹਾਲੇਲੂਇਆ। ਭੀੜ ਪ੍ਰਭੂ ਯੇਸ਼ੂਆ ਦੇ ਪਿੱਛੇ ਹੈ। ਭੀੜ ਪ੍ਰਭੂ ਯੇਸ਼ੂਆ ਨੂੰ ਜਾਣਨਾ ਚਾਹੁੰਦੀ ਹੈ। ਪਹਿਲਾਂ ਆਪਣੇ ਆਪ ਨੂੰ ਜਾਣੋ, ਆਪਣੇ ਆਪ ਨੂੰ ਦੇਖੋ ਕਿ ਅਸੀਂ ਕੀ ਹਾਂ। ਅਸੀਂ ਪਾਪ ਦੇ ਵਿੱਚ ਹਾਂ। ਪਾਪ ਸਾਡੇ ਉੱਤੇ ਹਾਵੀ ਹੁੰਦਾ ਹੈ। ਅਸੀਂ ਪਵਿੱਤਰ ਨਹੀਂ ਹਾਂ, ਅਸੀਂ ਪਵਿੱਤਰ ਕੀਤੇ ਗਏ ਹਾਂ, ਕਿਉਂਕਿ ਸਾਡੇ ਵਿੱਚ ਇੱਕ ਪਵਿੱਤਰ ਪਰਮੇਸ਼ਵਰ ਹੈ ਜਿਹਦਾ ਨਾਮ ਹੈ ਪ੍ਰਭੂ ਯੇਸ਼ੂਆ। ਹਾਲੇਲੂਇਆ। ਪ੍ਰਭੂ ਯੇਸ਼ੂਆ ਹੀ ਸਾਨੂੰ ਪਵਿੱਤਰ ਕਰ ਸਕਦੇ ਹਨ। ਇਸੇ ਲਈ ਉਹ ਜਗਤ ਦੇ ਵਿੱਚ ਆਏ, ਇਸੇ ਲਈ ਉਹ ਜਹਾਨ ਦੇ ਵਿੱਚ ਆਏ ਕਿ ਪ੍ਰਭੂ ਯੇਸ਼ੂਆ ਸਭ ਸੰਸਾਰ ਦੇ ਲੋਕਾਂ ਨੂੰ ਪਾਪ ਤੋਂ ਮੁਕਤ ਕਰ ਸਕਣ, ਉਹਨਾਂ ਦੇ ਲਹੂ ਨੂੰ ਬਦਲ ਦੇਣ, ਕਿਉਂਕਿ ਉਹਨਾਂ ਨੇ ਆਪਣਾ ਕੀਮਤੀ ਲਹੂ ਸਾਡੇ ਲਈ ਦਿੱਤਾ। ਹਾਲੇਲੂਇਆ। ਸੋ ਪ੍ਰਭੂ ਯੇਸ਼ੂਆ ਨੂੰ ਸਮਿਆਂ ਦੇ ਨਾਲ ਕੋਈ ਮਾਇਨੇ ਨਹੀਂ ਆ। ਕਿਉਂ? ਕਿਉਂਕਿ ਪ੍ਰਭੂ ਯੇਸ਼ੂਆ ਉਹਨਾਂ ਤੋਂ ਉੱਤੇ ਹੈ। ਸਾਨੂੰ ਜ਼ਰੂਰਤ ਹੈ ਸਮੇਂ ਦੀ। ਸਾਡੇ ਕੋਲ ਸਮਾਂ ਲਿਮਿਟਡ ਸਮਾਂ ਹੁੰਦਾ ਹੈ। ਦਿਨ ਦੇ ਵਿੱਚ 24 ਘੰਟੇ ਬਸ ਲਿਮਟ ਹੈ, ਲੇਕਿਨ ਪ੍ਰਭੂ ਯੇਸ਼ੂਆ ਨੂੰ ਨਹੀਂ। ਉਹ ਪਵਿੱਤਰ ਹੈ, ਉਹ ਮਹਾਨ ਹੈ, ਉਹੀ ਰਚਨਾ ਕਰਦਾ ਹੈ। ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਹਾਲੇਲੂਇਆ। ਮੈਂ ਕਿਉਂ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹਾਂ? ਭੀੜ ਦੇ ਨਾਲ ਬਹੁਤੇ ਤੁਹਾਡੇ ਵਿੱਚੋਂ ਪ੍ਰਭੂ ਯੇਸ਼ੂਆ ਦੇ ਪਿੱਛੇ ਚੱਲਦੇ ਹੋਣਗੇ, ਪਰ ਉਹਨਾਂ ਨੂੰ ਅਸਲੀਅਤ ਦੇ ਵਿੱਚ ਪ੍ਰਭੂ ਯੇਸ਼ੂਆ ਦੀ ਹਸਤੀ ਪਤਾ ਨਹੀਂ ਹੈ। ਪ੍ਰਭੂ ਯੇਸ਼ੂਆ ਦਾ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਹੈ। ਉਹ ਸੋਚਦੇ ਆ ਭੀੜ ਚਾਹੀ ਜਾ ਰਹੀ ਆ, ਅਸੀਂ ਵੀ ਜਕਾਰੇ ਗਾਈ ਜਾਂਦੇ ਆ। ਉਹ ਸੋਚਦੇ ਆ ਜਿੱਦਾਂ ਇਹ ਕਹਿੰਦੇ ਆ ਅਸੀਂ ਵੀ ਕਰੀ ਜਾਂਦੇ ਆ। ਪਰ ਮੇਰੇ ਭੈਣੋ ਤੇ ਭਰਾਵੋ, ਤੁਹਾਨੂੰ ਪਰਸਨਲੀ ਜਾਣਨ ਦੀ ਜ਼ਰੂਰਤ ਹੈ। ਪਹਿਲਾਂ ਤੁਸੀਂ ਕੌਣ ਹੋ, ਤੁਸੀਂ ਕੀ ਹੋ, ਔਰ ਉਸ ਤੋਂ ਬਾਅਦ ਪ੍ਰਭੂ ਯੇਸ਼ੂਆ ਕੌਣ ਹੈ, ਪ੍ਰਭੂ ਯੇਸ਼ੂਆ ਕੀ ਹੈ। ਹਾਲੇਲੂਇਆ। ਅਗਰ ਆਪਾਂ ਸੋਚਦੇ ਹਾਂ ਕਿ ਪੈਸਾ ਸਭ ਕੁਝ ਹੈ, ਪੈਸਾ ਚੰਗਿਆਈ ਆਸ਼ੀਸ਼ਾਂ ਹੀ ਸਭ ਕੁਝ ਹੈ, ਮੇਰੇ ਭੈਣੋ ਤੇ ਭਰਾਵੋ, ਇਹ ਸਥਿਰ ਨਹੀਂ ਹਨ। ਇਹ ਥੋੜੇ ਸਮੇਂ ਦੇ ਲਈ ਹਨ। ਹਾਲੇਲੂਇਆ। ਫੇਮਸ ਹੋਣਾ, ਨਾਮ ਹੋਣਾ, ਇਹ ਥੋੜੇ ਸਮੇਂ ਦੇ ਲਈ ਹੈ। ਦੁਨੀਆ ਥੋੜੇ ਦਿਨਾਂ ਤੱਕ ਭੁੱਲ ਜਾਂਦੀ ਹੈ। ਇਹ ਚੀਜ਼ਾਂ ਸਥਿਰ ਨਹੀਂ ਹਨ। ਪਰ ਪ੍ਰਭੂ ਯੇਸ਼ੂਆ ਹਮੇਸ਼ਾ ਦੇ ਲਈ ਹੈ। ਉਹੀ ਸਥਿਰ ਹੈ। ਉਹੀ, ਜਿਵੇਂ ਤੁਹਾਨੂੰ ਮੈਂ ਦੱਸਿਆ, ਸ਼ੁਰੂਆਤ ਉਹਦੇ ਤੋਂ ਹੈ, ਅੰਤ ਵੀ ਉਹਦੇ ਤੱਕ ਹੈ। ਅਲਫਾ ਵੀ ਉਹੀ ਹੈ, ਓਮੇਗਾ ਵੀ ਉਹੀ ਹੈ। ਹਾਲੇਲੂਇਆ। ਸਾਡਾ ਪਰਮੇਸ਼ਵਰ ਜਿਸ ਦੀ ਅਸੀਂ ਆਰਾਧਨਾ ਕਰਦੇ ਹਾਂ, ਜਿਸ ਦੇ ਪਿੱਛੇ ਅਸੀਂ ਚੱਲਦੇ ਹਾਂ, ਉਹ ਕੋਈ ਐਵੇਂ ਕੈਵੀਂ ਨਹੀਂ, ਬਲਕਿ ਸਵਰਗਦੂਤ ਵੀ ਉਹਦੇ ਅੱਗੇ ਘੁਟਨੇ ਟੇਕਦੇ ਆ। ਹਰ ਇੱਕ ਸ੍ਰਿਸ਼ਟੀ ਉਹਦੇ ਅੱਗੇ ਘੁਟਨੇ ਟੇਕਦੀ ਆ ਔਰ ਕਹਿੰਦੀ ਆ, ਪ੍ਰਭੂ ਯੇਸ਼ੂਆ ਤੂੰ ਹੀ ਪਵਿੱਤਰ ਹੈ, ਤੂੰ ਹੀ ਮਹਾਨ ਹੈ, ਤੂੰ ਹੀ ਉੱਚਾ ਹੋਣ ਦੇ ਯੋਗ ਹੈ। ਪੈਸੇ ਦਾ ਕੀ ਹੈ? ਪੈਸੇ ਲਈ ਬਹੁਤ ਲੋਕ ਪ੍ਰਭੂ ਯੇਸ਼ੂਆ ਦੇ ਪਿੱਛੇ ਚੱਲਦੇ ਹਨ, ਨਾਮ ਦੇ ਲਈ ਪਿੱਛੇ ਚੱਲਦੇ ਹਨ। ਪੈਸਾ ਇੱਕ ਪੰਛੀ ਦੀ ਤਰ੍ਹਾਂ ਹੈ, ਉੱਡ ਜਾਂਦਾ ਹੈ। ਹਾਲੇਲੂਇਆ। ਉੱਡ ਜਾਂਦਾ ਹੈ। ਤੁਸੀਂ ਅੱਜ ਕੱਲ੍ਹ ਨਿਊਜ਼ਾਂ ਦੇ ਵਿੱਚ ਵੀ ਸੁਣਦੇ ਹੋਵੋਗੇ, ਬਹੁਤ ਸਾਰੀਆਂ ਕੰਪਨੀਆਂ ਹਾਈ ਲੈਵਲ ਤੋਂ ਡਿੱਗ ਗਈਆਂ। ਕਿੱਥੇ ਜਾਂਦਾ ਹੈ ਸਭ ਪੈਸਾ? ਮੇਰੇ ਭੈਣੋ ਤੇ ਭਰਾਵੋ, ਉੱਡ ਜਾਂਦਾ ਹੈ। ਤੰਦਰੁਸਤੀ, ਥੋੜੇ ਦਿਨਾਂ ਬਾਅਦ ਬਿਮਾਰੀ ਫਿਰ ਆ ਜਾਂਦੀ ਹੈ। ਹਾਲੇਲੂਇਆ। ਪਰ ਪ੍ਰਭੂ ਯੇਸ਼ੂਆ ਹਮੇਸ਼ਾ, ਅੱਜ, ਕੱਲ ਤੇ ਜੁਗਾਂ ਜੁਗ ਇੱਕ ਸਮਾਨ ਹੈ, ਇੱਕੋ ਹੀ ਹੈ ਜੋ ਇਸ ਤਰ੍ਹਾਂ ਦਾ ਹੈ। ਉਹ ਪੱਥਰ ਹੈ, ਉਹ ਗੜ ਹੈ ਸਾਡਾ, ਉਹ ਸਾਡੇ ਛਿਪਨੇ ਦੀ ਜਗ੍ਹਾ ਹੈ। ਸਾਨੂੰ ਉੱਚਾ ਕਰਨ ਵਾਲਾ ਇੱਕੋ ਹੀ ਇੱਕ ਹੈ, ਪ੍ਰਭੂ ਯੇਸ਼ੂਆ। ਪ੍ਰਭੂ ਯੇਸ਼ੂਆ। ਹਾਲੇਲੂਇਆ। ਆਪਾਂ ਭੀੜ ਦੇ ਵਿੱਚ ਚੱਲਦੇ ਹਾਂ, ਕੋਈ ਪ੍ਰੋਬਲਮ ਨਹੀਂ ਆ। ਅਸੀਂ ਪ੍ਰਭੂ ਯੇਸ਼ੂਆ ਦੇ ਪਿੱਛੇ ਭੀੜ ਦੇ ਨਾਲ ਜੈਕਾਰੇ ਗਾਉਂਦੇ ਹਾਂ, ਚੰਗੀ ਗੱਲ ਹੈ। ਪਰ ਉਸ ਦੇ ਨਾਲ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਭੂ ਯੇਸ਼ੂਆ ਕੌਣ ਹੈ, ਪ੍ਰਭੂ ਯੇਸ਼ੂਆ ਕੀ ਹੈ, ਔਰ ਪ੍ਰਭੂ ਯੇਸ਼ੂਆ ਹੀ ਸਾਡੇ ਵਿਚਕਾਰ ਕਿਉਂ ਹੋਣਾ ਚਾਹੀਦਾ ਹੈ। ਹਾਲੇਲੂਇਆ। ਜਦੋਂ ਦੇਖਿਆ ਕਿ ਪ੍ਰਭੂ ਯੇਸ਼ੂਆ ਦੇ ਪਿੱਛੇ ਭੀੜ ਹੈ, ਬਹੁਤ ਭੀੜ ਹੈ, ਪਰ ਤੁਹਾਨੂੰ ਪਤਾ ਆਰਾਧਨਾ ਕਰਨ ਵਾਲੇ ਕਿੰਨੇ ਕੁ ਸੀ ਵਿੱਚੋਂ? ਹਾਲੇਲੂਇਆ। ਪ੍ਰਭੂ ਯੇਸ਼ੂਆ ਦੇ ਪਿੱਛੇ ਭੀੜ ਤਾਂ ਬਹੁਤ ਹੈ, ਬਹੁਤ ਲੋਕ ਹਨ, ਬਹੁਤ ਲੋਕ ਹਨ, ਪਰ ਉਹਦੀ ਸੱਚੀ ਆਰਾਧਨਾ ਕਰਨ ਵਾਲੇ ਕਿੰਨੇ ਕੁ ਹਨ? ਕਿੰਨੇ ਕੁ ਹਨ? ਉਹਨੂੰ ਮੱਥਾ ਟੇਕਣ ਵਾਲੇ ਕਿੰਨੇ ਕੁ ਹਨ? ਹਾਲੇਲੂਇਆ। ਜਦੋਂ ਤੁਸੀਂ ਇਸ ਦੀ
ਦੂਸਰੀ ਆਇਤ ਪੜ੍ਹਦੇ ਹਾਂ। ਦੂਸਰੀ ਜਦੋਂ ਦੀ ਆਇਤ ਪੜ੍ਹਦੇ ਮੱਤੀ ਦੀ ਅੰਜੀਲ 8 ਅਧਿਆਇ ਦਾ 2 ਵਚਨ। ਅਤੇ ਵੇਖੋ ਇੱਕ ਕੋੜੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ। ਹਾਲੇਲੂਇਆ। ਇੱਕ ਕੋੜੀ ਪ੍ਰਭੂ ਯੇਸ਼ੂਆ ਦੇ ਕੋਲ ਇਸ ਭੀੜ ਦੇ ਵਿੱਚੋਂ ਆਇਆ। ਬਾਕੀ ਭੀੜ ਕੀ ਆ, ਕਾਹਦੇ ਲਈ ਆਈ? ਕੋਈ ਪੈਸੇ ਲਈ, ਆਸ਼ੀਸ਼ ਲਈ, ਉਹ ਇਸ ਤਰ੍ਹਾਂ ਹੀ ਪਿੱਛੇ ਚੱਲ ਰਿਹਾ। ਲੇਕਿਨ ਇੱਕ ਬੰਦਾ ਉਸ ਆਪਣੇ ਹਾਲਾਤ ਨੂੰ ਨਹੀਂ ਦੇਖਿਆ, ਆਪਣੀ ਬਿਮਾਰੀ ਨੂੰ ਨਹੀਂ ਦੇਖਿਆ, ਆਪਣੇ ਸਿਸਟਮ ਨੂੰ ਨਹੀਂ ਦੇਖਿਆ, ਪ੍ਰਭੂ ਯੇਸ਼ੂਆ ਦੇ ਕੋਲ ਆਇਆ। ਆਣ ਕੇ ਕੀ ਕੀਤਾ? ਮੱਥਾ ਟੇਕਿਆ। ਇੰਗਲਿਸ਼ ਵਿੱਚ ਦੇਖਿਆ ਜਾਵੇ ਤੇ ਉਹਨੇ ਵਰਸ਼ਿਪ ਕਰਨੀ ਸ਼ੁਰੂ ਕੀਤੀ। ਹਾਲੇਲੂਇਆ। ਉਹਨੇ ਆਰਾਧਨਾ ਕਰਨੀ ਸ਼ੁਰੂ ਕੀਤੀ। ਜਦੋਂ ਪ੍ਰਭੂ ਯੇਸ਼ੂਆ ਦੇ ਕੋਲ ਆਇਆ, ਉਹਨੇ ਪ੍ਰਭੂ ਦੀ ਆਰਾਧਨਾ ਸ਼ੁਰੂ ਕੀਤੀ। ਹਾਲੇਲੂਇਆ। ਤੁਸੀਂ ਅਗਰ ਪ੍ਰਭੂ ਯੇਸ਼ੂਆ ਦੇ ਉੱਤੇ ਵਿਸ਼ਵਾਸ ਕਰਦੇ ਹੋ, ਜੇਕਰ ਪ੍ਰਭੂ ਯੇਸ਼ੂਆ ਦੇ ਪਿੱਛੇ ਚੱਲਦੇ ਹੋ, ਤੁਹਾਡੇ ਪਿੱਛੇ ਚੱਲਣ ਦਾ ਮਕਸਦ ਕੀ ਹੈ? ਪੈਸਾ, ਆਸ਼ੀਸ਼, ਛੁਟਕਾਰਾ, ਚੰਗਿਆਈ, ਫੇਮਸ ਹੋਣਾ, ਨਾਮ ਕਮਾਉਣਾ, ਜਾਂ ਪ੍ਰਭੂ ਯੇਸ਼ੂਆ ਦੀ ਆਰਾਧਨਾ ਕਰਨਾ, ਪ੍ਰਭੂ ਯੇਸ਼ੂਆ ਨੂੰ ਮੱਥਾ ਟੇਕਣਾ। ਇਹ ਕਮੀ ਬਹੁਤ ਪਾਈ ਜਾਂਦੀ ਆ, ਬਹੁਤੇ ਵਿਸ਼ਵਾਸੀਆਂ 'ਚ ਇਹ ਕਮੀ ਪਾਈ ਜਾਂਦੀ ਆ। ਉਹ ਪ੍ਰਭੂ ਯੇਸ਼ੂਆ ਦੇ ਪਿੱਛੇ ਚੱਲਦੇ ਆ, ਭੀੜਾਂ ਦੀ ਭੀੜ ਪਿੱਛੇ ਚੱਲਦੀ ਆ, ਪਰ ਪ੍ਰਭੂ ਯੇਸ਼ੂਆ ਨੂੰ ਮੱਥਾ ਟੇਕਣ ਵਾਲੇ, ਆਰਾਧਨਾ ਕਰਨ ਵਾਲੇ ਬਹੁਤ ਘੱਟ ਚੁਣੇ ਹੁੰਦੇ ਹਨ, ਬਹੁਤ ਘੱਟ ਆਉਂਦੇ ਹਨ। ਕਦੀ ਵੀ ਆਪਣੇ ਹਾਲਾਤਾਂ ਨੂੰ ਦੇਖ ਕੇ ਪ੍ਰਭੂ ਦੇ ਪਿੱਛੇ ਨਾ ਚੱਲੋ। ਆਪਣੇ ਆਪ ਨੂੰ ਸਮਰਪਣ ਕਰਕੇ ਪ੍ਰਭੂ ਯੇਸ਼ੂਆ ਦੀ ਆਰਾਧਨਾ ਕਰਨਾ ਸਿੱਖੋ, ਪ੍ਰਭੂ ਯੇਸ਼ੂਆ ਦੀ ਮਹਿਮਾ ਕਰਨਾ ਸਿੱਖੋ, ਪ੍ਰਭੂ ਯੇਸ਼ੂਆ ਨੂੰ ਮੱਥਾ ਟੇਕਣਾ ਸਿੱਖੋ। ਹਾਲੇਲੂਇਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਪੈਸਾ ਉਹਦੀ ਇੱਕ ਡੇਟ ਹੈ, ਹੋ ਸਕਦਾ ਖਤਮ ਹੋ ਸਕਦਾ ਹੈ। ਬਿਮਾਰੀ ਉਹਦੀ ਵੀ ਇੱਕ ਡੇਟ ਹੈ, ਹੋ ਸਕਦਾ ਕਦੀ ਵੀ ਖਤਮ ਵੀ ਹੋ ਸਕਦੀ, ਵਾਪਸ ਵੀ ਆ ਸਕਦੀ ਹੈ। ਉਹ ਸਭ ਦੇ ਲਈ ਇਸ ਤਰ੍ਹਾਂ ਹੋ ਸਕਦਾ ਹੈ। ਛੁਟਕਾਰਾ ਵੀ ਮਨੁੱਖ ਆਪਣੇ ਸੁਭਾਅ, ਆਪਣੇ ਚਰਿੱਤਰ ਦੇ ਦੁਆਰਾ, ਆਪਣੀਆਂ ਗੱਲਾਂ ਦੇ ਦੁਆਰਾ ਵਾਪਸ ਬੰਧਨਾਂ 'ਚ ਜਾ ਸਕਦਾ ਹੈ। ਉਹਦੇ ਲਈ ਪ੍ਰਭੂ ਯੇਸ਼ੂਆ ਦੇ ਪਿੱਛੇ ਨਹੀਂ, ਬਲਕਿ ਪ੍ਰਭੂ ਯੇਸ਼ੂਆ ਦੀ ਆਰਾਧਨਾ ਕਰਨ ਦੇ ਲਈ, ਪ੍ਰਭੂ ਯੇਸ਼ੂਆ ਦੇ ਉਹਦੇ ਸਨਮੁਖ, ਉਹਦੇ ਸਾਹਮਣੇ ਮੱਥਾ ਟੇਕਣ ਦੇ ਲਈ ਉਹਦੇ ਪਿੱਛੇ ਚੱਲੋ, ਉਹਦੀ ਆਰਾਧਨਾ ਕਰੋ। ਦੇਖੋ, ਇਹ ਬੰਦਾ ਕੋੜੀ ਸੀਗਾ। ਹਾਲੇਲੂਇਆ। ਅਗਰ ਤੁਸੀਂ ਇਤਿਹਾਸ ਨੂੰ ਦੇਖੋ, ਬਾਈਬਲ ਦੇ ਪਿਛਲੇ ਨੇਮ ਨੂੰ ਪੜ੍ਹੋ, ਤਾਂ ਉਹਦੇ ਵਿੱਚ ਇਜ਼ਰਾਈਲ ਦਾ ਇੱਕ ਕਾਨੂੰਨ ਸੀਗਾ ਕਿ ਕੋੜੀ ਬੰਦਾ ਮਨੁੱਖਾਂ ਦੇ ਵਿੱਚ ਰਹਿ ਨਹੀਂ ਸੀ ਸਕਦਾ। ਉਹਦੇ ਲਈ ਵੱਖਰਾ ਸਿਸਟਮ ਹੁੰਦਾ ਸੀ, ਸਾਰਾ ਕੁਝ ਉਹ ਬਾਹਰ ਰਹਿੰਦਾ ਹੁੰਦਾ ਸੀ। ਇਸ ਵਕਤ ਇਸ ਮਨੁੱਖ ਨੇ, ਇਸ ਕੋੜੀ ਨੇ ਆਪਣੇ ਹਾਲਾਤ ਨੂੰ, ਆਪਣੀ ਬਿਮਾਰੀ ਨੂੰ, ਆਪਣੇ ਆਪ ਕਸਟਮ ਜਿਹੜਾ ਸੀਗਾ, ਕਾਨੂੰਨ ਸੀਗਾ, ਰਿਵਾਜ ਸੀਗਾ, ਰੀਤੀ ਰਿਵਾਜ ਜਿਹੜਾ ਸੀਗਾ ਯਹੂਦੀਆਂ ਦਾ, ਉਹਨੂੰ ਨਹੀਂ ਦੇਖਿਆ, ਉਹਨੂੰ ਉੱਚਾ ਨਹੀਂ ਕੀਤਾ, ਉਹਨੂੰ ਬਹਾਨਾ ਨਹੀਂ ਬਣਾਇਆ ਕਿ ਮੈਂ ਕੋੜੀ ਹਾਂ, ਮੈਂ ਕਿੱਦਾਂ ਪ੍ਰਭੂ ਯੇਸ਼ੂਆ ਦੀ ਆਰਾਧਨਾ ਕਰਾਂ, ਮੈਂ ਉਹਦੇ ਸਾਹਮਣੇ ਕਿੱਦਾਂ ਜਾਵਾਂ। ਉਸਨੇ ਬਹਾਨਾ ਨਹੀਂ ਬਣਾਇਆ। ਉਹਨੇ ਆਪਣੀ ਬਿਮਾਰੀ, ਆਪਣੇ ਹਾਲਾਤ ਦੇ ਉੱਤੇ ਆਪਣੇ ਆਪ ਨੂੰ ਨਹੀਂ ਰੋਕ ਸਕਿਆ। ਬਹੁਤੇ ਲੋਕ ਇਹ ਦੇਖਦੇ ਆ, ਮੇਰੇ ਹਾਲਾਤ ਇਸ ਤਰ੍ਹਾਂ ਦੇ ਆ, ਮੈਂ ਕਿਵੇਂ ਚਰਚ ਜਾਵਾਂ, ਮੈਂ ਕਿਵੇਂ ਮੀਟਿੰਗ ਅਟੈਂਡ ਕਰਾਂ, ਮੈਂ ਪ੍ਰਭੂ ਦੀ ਸੰਗਤੀ 'ਚ ਕਿਵੇਂ ਜਾਵਾਂ, ਕਸਟਮ ਜਾਂ ਸਾਡੇ ਰਿਵਾਜ, ਅਸੀਂ ਨਹੀਂ ਜਾ ਸਕਦੇ, ਸਾਨੂੰ ਕੋਈ ਪੁੱਛੇਗਾ, ਸਾਨੂੰ ਕੋਈ ਰੋਕੇਗਾ। ਪਰ ਦੇਖੋ, ਇਹ ਕੋੜੀ ਨਾ ਤਾਂ ਉਹਨੇ ਆਪਣੇ ਹਾਲਾਤ ਨੂੰ ਬਹਾਨਾ ਬਣਾਇਆ, ਨਾ ਹੀ ਉਹਨੇ ਸੰਸਾਰ ਦੇ ਕਸਟਮ ਨੂੰ। ਉਹਨੇ ਪ੍ਰਭੂ ਯੇਸ਼ੂਆ ਨੂੰ ਦੇਖਿਆ, ਉਹਦੀ ਵੱਲ ਨੂੰ ਦੌੜਿਆ ਔਰ ਜਾ ਕੇ ਮੱਥਾ ਟੇਕਿਆ। ਹਾਲੇਲੂਇਆ। ਮੈਂ ਤੁਹਾਨੂੰ ਦੱਸਿਆ, ਬਹੁਤ ਲੋਕ ਘੱਟ ਹਨ ਜੋ ਪ੍ਰਭੂ ਯੇਸ਼ੂਆ ਦੇ ਪਿੱਛੇ ਉਹਦੀ ਆਰਾਧਨਾ ਦੇ ਲਈ ਚੱਲਦੇ ਹਨ। ਬਹੁਤ ਲੋਕ ਘੱਟ ਹਨ ਜਿਹੜੇ ਆਪਣੇ ਹਾਲਾਤਾਂ ਨੂੰ ਉੱਥੇ ਛੱਡ ਦਿੰਦੇ ਹਨ, ਜਿਹੜੇ ਆਪਣੇ ਸੰਸਾਰ ਦੇ ਕਸਟਮ ਨੂੰ ਪਿੱਛੇ ਕਰਕੇ ਪ੍ਰਭੂ ਯੇਸ਼ੂਆ, ਮੈਂ ਤੈਨੂੰ ਹੀ ਆਰਾਧਨਾ ਦੇਣੀ ਹੈ, ਮੈਂ ਤੈਨੂੰ ਹੀ ਮੱਥਾ ਟੇਕਣਾ ਹੈ। ਹਾਲੇਲੂਇਆ। ਆਪਣੇ ਆਪ ਨੂੰ ਪ੍ਰਭੂ ਯੇਸ਼ੂਆ ਦੇ ਸਨਮੁਖ ਜਦੋਂ ਵੀ ਲੈ ਕੇ ਜਾਓ, ਆਰਾਧਨਾ ਕਰੋ, ਆਰਾਧਨਾ ਕਰੋ, ਉਸ ਨੂੰ ਵੱਡਾ ਕਰੋ। ਆਪਣੇ ਹਾਲਾਤਾਂ ਨੂੰ ਉੱਚਾ ਨਾ ਕਰੋ, ਆਪਣੇ ਕਸਟਮ ਨੂੰ ਉੱਚਾ ਨਾ ਕਰੋ, ਕਾਨੂੰਨਾਂ ਨੂੰ ਉੱਚਾ ਨਾ ਕਰੋ। ਪ੍ਰਭੂ ਯੇਸ਼ੂਆ ਦੇ ਨਾਮ ਨੂੰ ਉੱਚਾ ਕਰੋ, ਪ੍ਰਭੂ ਯੇਸ਼ੂਆ ਦੀ ਆਰਾਧਨਾ ਕਰਨੀ ਸ਼ੁਰੂ ਕਰੋ।
वो सब ਪਿੱਛੇ ਹੋ ਜਾਏਗਾ। ਹਾਲੇਲੂਇਆ। ਜਦੋਂ ਉਸ ਨੇ ਆਪਣੇ ਆਪ ਨੂੰ ਪ੍ਰਭੂ ਯੇਸ਼ੂਆ ਦੇ ਸਨਮੁਖ ਕਰਕੇ ਉਹਦੇ ਸਾਹਮਣੇ ਆ ਕੇ ਉਹਦੀ ਆਰਾਧਨਾ ਕਰਕੇ, ਅਗਲੀ ਆਇਤ ਵਿੱਚ ਲਿਖਿਆ ਅਤੇ ਕਿਹਾ, ਹੈ ਨਾ, ਅਤੇ ਕਿਹਾ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪ੍ਰਭੂ ਯੇਸ਼ੂਆ ਦੇ ਸਨਮੁਖ ਜਾ ਕੇ ਜਦੋਂ ਆਰਾਧਨਾ ਕਰਦੇ ਹਾਂ ਤਾਂ ਪ੍ਰਭੂ ਯੇਸ਼ੂਆ ਦਾ ਵੀ ਧਿਆਨ ਤੁਹਾਡੇ ਹਾਲਾਤਾਂ ਤੇ, ਤੁਹਾਡੀਆਂ ਗੱਲਾਂ ਤੇ ਹੋ ਜਾਂਦਾ ਹੈ। ਹਾਲੇਲੂਇਆ। ਤਾਂ ਉਸ ਨੇ ਪਹਿਲਾਂ ਜਾ ਕੇ ਆਪਣੀ ਕੋਈ ਗੱਲ ਨਹੀਂ ਕੀਤੀ, ਆਪਣਾ ਪਹਿਲਾਂ ਹੀ ਦੁੱਖੜਾ ਨਹੀਂ ਉਹਨੇ ਰੋਇਆ, ਪਹਿਲਾਂ ਹੀ ਆਪਣੇ ਹਾਲਾਤ ਨੂੰ ਬਿਆਨ ਨਹੀਂ ਕੀਤਾ, ਬਲਕਿ ਪਹਿਲਾਂ ਉਹਨੇ ਜਾ ਕੇ ਪ੍ਰਭੂ ਯੇਸ਼ੂਆ ਦੀ ਆਰਾਧਨਾ ਕੀਤੀ। ਹੁਣ ਤੁਹਾਡੇ ਵਿੱਚੋਂ ਕੋਈ ਸੋਚਦੇ ਹੋਣਗੇ ਆਰਾਧਨਾ ਕਿਉਂ ਕਰਨਾ ਜ਼ਰੂਰੀ ਹੈ, ਕਿਉਂ ਕਰਨਾ ਆਰਾਧਨਾ ਜ਼ਰੂਰੀ ਹੈ ਪ੍ਰਭੂ ਯੇਸ਼ੂਆ ਦੀ। ਪਹਿਲੀ ਗੱਲ, ਪ੍ਰਭੂ ਯੇਸ਼ੂਆ ਪਰਮੇਸ਼ਵਰ ਹੈ। ਸਾਨੂੰ ਉਹਦੀ ਆਰਾਧਨਾ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਉਹ ਪਰਮੇਸ਼ਵਰ ਹੈ। ਦੂਜੀ ਗੱਲ, ਪ੍ਰਭੂ ਯੇਸ਼ੂਆ ਰਚਨਾ ਕਰਨ ਵਾਲਾ ਪਰਮੇਸ਼ਵਰ ਹੈ। ਉਸ ਨੇ ਸਾਡੀ ਰਚਨਾ ਕੀਤੀ ਹੈ, ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਸਾਨੂੰ ਉਹਦੀ ਆਰਾਧਨਾ ਕਰਨੀ ਬਣਦੀ ਹੈ ਕਿਉਂਕਿ ਉਸ ਨੇ ਸਾਨੂੰ ਰਚਿਆ ਹੈ, ਸਾਨੂੰ ਬਣਾਇਆ ਹੈ। ਤੀਸਰੀ ਗੱਲ, ਪ੍ਰਭੂ ਯੇਸ਼ੂਆ ਹੀ एकमात्र परमेश्वर है जो पवित्र है, और कोई पवित्र नहीं है, सिर्फ और सिर्फ प्रभु यीशु ही पवित्र है। वो ही परमेश्वर पवित्र परमेश्वर है, इसलिए सानू ਉਹਦੀ आराधना करनी चाहिए है। चौथी गल, क्योंकि उसने सानू इन्ना प्यार किया, ਉਹਦੇ प्यार ਦਾ करके सानू उसकी आराधना करनी जरूरी है। हालेलुया, हालेलुया। सानू प्रभु यीशु की आराधना करनी जरूरी है। अगर असी संसार दीयां चीज़ां दे लई, संसार दीयां गल्लां दे लई अगर असी प्रभु यीशु की आराधना करते हो या करते हाँ, तो मैं तुहानू कहना हाँ वो फेल है, उसका कोई फायदा नहीं है। हालेलुया, उसका कोई फायदा नहीं है। तुसी आप अपने आप ने छाती मार के देखो कि तुसी प्रभु यीशु की आराधना किस दे लई करते हो? सुख शांति दे लई, आराम दे लई, दुखों तो डरते हुए, परेशानी तो डरते हुए, चिंतावां तो डरते हुए, या चुनौतियां तो डरते हुए, हालेलुया, या नरक दे विच जाण तो डरते हुए उसदी आराधना करते हो? ये सारियां प्रभु दीयां बनाईयां होईयां वस्तुआं हाँ, इन्हां दे उत्ते मन ला के प्रभु की आराधना ना करो। पैसा देखो किन्ना कि दिता गया है, तुहानू पूरा दिता गया है। जेकर पैसा कोठियां गड्डियां दे के ही तुसी सोचो कि असी आराधना करनी है, असी आशीषित हाँ, तो साडे नालों वध के भी लोग उन्हां दे कोल वड्डे घर हन, वड्डियां आशीषां हन, वड्डे पैसे हन, वड्डियां गड्डियां हन। हालेलुया। कला आशीषां नूं देख के, पैसे नूं देख के, कोठियां नूं देख के बहुते कहंदे हन मैनूं बहुत पैसा मिलिया, मैं गरीब सी, मैं अमीर हो गया, इस करके मैं प्रभु की आराधना करता हाँ। हालेलुया। बहुत सारे कहंदे हन मैनूं चंगियाई मिली, मैं प्रभु यीशु च चंगा हो गया, इस करके हुण मैं प्रभु यीशु की आराधना करता हाँ। हालेलुया, हालेलुया। पर मैं तुहानूं कहना चाहुंदा हाँ, इन्हां चीज़ां तो उपर उठो, इन्हां दे उत्ते ही मन ना लाओ। पैसा तुहानू पूरा नहीं दिता गया, चंगियाई तुहानू पूरी तरह दे नाल दित्ती नहीं गई, वापस भी आ सकती है, छुटकारा भी तुहाडा बंधन वापस आ सकते हैं। लेकिन एक गल दा ख्याल रखो, प्रभु यीशु ने क्रूस दे उत्ते अपना पूरा लहू दिता है तुहाडे लई, एक एक कतरा तुहाडे लई बहाया है। उस लहू नू याद करो, उस कुर्बानी नू याद करो, उस दे विच रहो, तां तुसी आराधना करोगे ही करोगे। जदों तुहानू ये याद रहेगा मेरे खुदा ने, मेरे प्रभु यीशु ने इस जगत विच आके मेरे लिए अपना हर एक बूंद लहू दी, अनमोल लहू मेरे लिए बहाया है, तो तुसी उहदी आराधना करोगे। वो इस आराधना दे योग्य है क्योंकि उन्हें अपना पवित्र लहू तुहाडे लिए बहाया है, मेरे लिए बहाया है, इस जगत के लिए बहाया है। और वचन च लिखा है उन्हें अपना सारा लहू दे दिता है। हालेलुया। बाइबल दे विच लिखा है कि ओदी वक्खी दे विचों भी नेजा ओदे दिल दे विच जाके वजिया। मैं कईयां तो सुनिया है, साइंस भी कहती है कि साडे दिल दे विच भी थोड़ा जिहा लहू दी कोई
ਗੁਥਲੀ ਹੁੰਦੀ ਹੈ। ਦੇਖੋ ਉਹਨੇ ਉਹ ਵੀ ਆਪਣਾ ਲਹੂ ਸਾਡੇ ਲਈ ਬਹਾ ਦਿੱਤਾ। ਬਾਈਬਲ 'ਚ ਪੜ੍ਹ ਸਕਦੇ ਹਾਂ, ਤੁਸੀਂ ਪੜ੍ਹਿਓ, ਜਦੋਂ ਉਹਦੇ ਨੇਜਾ ਵੱਜਾ ਉਹਦੇ ਵਿੱਚੋਂ ਲਹੂ ਤੇ ਪਾਣੀ ਨਿਕਲਿਆ। ਉਹ ਵੀ ਲਹੂ ਦੀਆਂ ਬੂੰਦਾਂ, ਉਹ ਵੀ ਲਹੂ ਸਾਡੇ ਲਈ ਬਹਾ ਦਿੱਤਾ। ਔਰ ਸਾਡੀ ਆਰਾਧਨਾ ਦਾ ਮਕਸਦ ਕੀ ਹੈ? ਆਸ਼ੀਸ਼ਾਂ, ਚੰਗਿਆਈ, ਮੇਰਾ ਨਾਮ ਉੱਚਾ ਹੋਵੇ, ਮੇਰੇ ਕੋਲ ਕੋਠੀ ਆ, ਮੈਂ ਇਸ ਕਰਕੇ ਆਰਾਧਨਾ ਕਰਨੀ। ਆਪਣੇ ਕਹਿਣ ਦਾ ਮਕਸਦ ਚੇਂਜ ਕਰੋ, ਕਹੋ ਮੇਰੇ ਪ੍ਰਭੂ ਯੇਸ਼ੂਆ ਨੇ ਮੇਰੇ ਖਾਤਰ ਆਪਣਾ ਲਹੂ ਬਹਾ ਦਿੱਤਾ, ਮੈਂ ਉਹਦੀ ਆਰਾਧਨਾ ਦੇ ਵਿੱਚ ਰਹਾਂਗਾ, ਮੈਂ ਉਹਦੇ ਵਿੱਚ ਰਹਾਂਗਾ, ਕਿਉਂਕਿ ਉਹ ਮੇਰੇ ਲਈ ਇਸ ਧਰਤੀ ਦੇ ਉੱਤੇ ਆਪਣੇ ਆਪ ਨੂੰ ਲੈ ਕੇ ਆਇਆ। ਹਾਲੇਲੂਇਆ। ਇਹ ਕੋੜੀ ਨੇ ਆਣ ਕੇ ਪ੍ਰਭੂ ਯੇਸ਼ੂਆ ਦੇ ਅੱਗੇ ਸਮਰਪਣ ਕਰਕੇ, ਆਪਣੇ ਆਪ ਨੂੰ ਨੀਵਾਂ ਕਰਕੇ ਉਹਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ। ਸਾਡੇ ਵਿੱਚੋਂ ਕਈ ਹੁੰਦੇ ਹਨ, ਕੋਈ ਮਤਲਬ ਨਹੀਂ, ਕੋਈ ਮਤਲਬ ਧਿਆਨ ਨਹੀਂ, ਬਸ ਪ੍ਰਾਰਥਨਾ, ਯੇਸ਼ੂਆ ਮੈਨੂੰ ਜੇ ਦੇ, ਮੈਨੂੰ ਉਹ ਦੇ, ਮੈਨੂੰ ਉਹ ਦੇ, ਮੈਨੂੰ ਆ ਦੇ। ਪਰ ਇੱਕ ਗੱਲ ਯਾਦ ਰੱਖੋ, ਉਹ ਕੋੜੀ ਹੋਣ ਦੇ ਬਾਵਜੂਦ ਵੀ ਪਹਿਲਾਂ ਉਹਨੇ ਕੀ ਕੀਤਾ? ਆਪਣੇ ਆਪ ਨੂੰ ਨੀਵਿਆਂ ਕਰਕੇ ਪ੍ਰਭੂ ਯੇਸ਼ੂਆ ਦੇ ਅੱਗੇ ਮੱਥਾ ਟੇਕਿਆ। ਫਿਰ ਉਹਨੇ ਕੀ ਕੀਤਾ? ਫਿਰ ਉਹਨੇ ਕਿਹਾ, ਪ੍ਰਭੂ ਯੇਸ਼ੂਆ, ਫਿਰ ਉਹਨੇ ਕਿਹਾ, ਜੇ ਤੁਸੀਂ ਚਾਹੋ ਤਾਂ ਮੈਨੂੰ ਚੰਗਾ ਕਰ ਸਕਦੇ ਹੋ। ਹਾਲੇਲੂਇਆ। ਜੇ ਤੁਸੀਂ ਚਾਹੋ ਤਾਂ ਮੈਨੂੰ ਚੰਗਾ ਕਰ ਸਕਦੇ ਹੋ। ਇਹਦੇ ਵਿੱਚ ਵੀ ਤੁਸੀਂ ਦੇਖੋ, ਇਸ ਮਨੁੱਖ ਨੇ ਆਪਣੀ ਇੱਛਾ ਨੂੰ ਨਹੀਂ, ਕਿਹਦੀ ਇੱਛਾ ਨੂੰ ਮੁੱਖ ਰੱਖਿਆ? ਪ੍ਰਭੂ ਯੇਸ਼ੂਆ ਦੀ। ਕਿਸ ਦੀ ਇੱਛਾ ਦੀ ਉਹਨੇ ਪਰਵਾਹ ਕੀਤੀ? ਆਪਣੀ ਦੀ ਨਹੀਂ, ਉਹਨੇ ਪ੍ਰਭੂ ਯੇਸ਼ੂਆ ਦੀ ਇੱਛਾ ਦੀ ਪਰਵਾਹ ਵੀ ਕੀਤੀ ਔਰ ਉਹਦੀ ਇੱਛਾ ਨੂੰ ਅੱਗੇ ਲੈ ਕੇ ਆਂਦਾ। ਇਹ ਨਹੀਂ ਕਿਹਾ ਪ੍ਰਭੂ ਯੇਸ਼ੂਆ ਜਲਦੀ ਮੈਨੂੰ ਚੰਗਾ ਕਰ ਦੇ, ਅੱਜ ਹੀ ਚੰਗਾ ਕਰ ਦੇ, ਹੁਣੇ ਹੀ ਚੰਗਾ ਕਰ ਦੇ, ਮੈਂ ਚੰਗਾ ਹੋ ਕੇ ਹੀ ਜਾਣਾ, ਮੈਂ ਵਿਸ਼ਵਾਸ ਕਰਦਾ, ਮੈਨੂੰ ਪਤਾ ਸ਼ਕਤੀ ਆ ਗਈ ਆ। ਨਹੀਂ, ਪ੍ਰਭੂ ਯੇਸ਼ੂਆ ਜੇ ਤੂੰ ਚਾਹੇ। ਤੁਹਾਡੇ ਵਿੱਚੋਂ ਕਿੰਨੇ ਜਣੇ ਐਸੀ ਹਾਲਾਤ ਦੇ ਵਿੱਚ ਵੀ ਪ੍ਰਭੂ ਯੇਸ਼ੂਆ ਦੀ ਇੱਛਾ ਨੂੰ ਮੋਰੇ ਰੱਖਦੇ ਆ? ਕਿੰਨੇ ਜਣੇ ਜਦੋਂ ਚੁਣੌਤੀਆਂ ਤੁਹਾਡੇ ਮੋਰੇ ਆਉਂਦੀਆਂ ਹਨ, ਚਿੰਤਾਵਾਂ ਤੁਹਾਡੇ ਮੋਰੇ ਆਉਂਦੀਆਂ ਹਨ, ਤੁਹਾਡੇ ਸਾਹਮਣੇ ਹਾਲਾਤ ਵਿਗੜਦੇ ਦਿਖਦੇ ਹਨ, ਕਿੰਨੇ ਜਣੇ ਤੁਹਾਡੇ ਚੋਂ ਘੁਟਨਿਆਂ ਪਾਰ ਆ ਕੇ ਕਹਿੰਦੇ ਹਨ, ਪ੍ਰਭੂ ਯੇਸ਼ੂਆ ਤੇਰੀ ਇੱਛਾ ਪੂਰੀ ਹੋਵੇ, ਤੇਰੀ ਮਰਜ਼ੀ ਪੂਰੀ ਹੋਵੇ, ਮੈਂ ਸਮਰਪਣ ਆ ਤੇਰੇ ਅੱਗੇ। ਹਾਲੇਲੂਇਆ। ਨਹੀਂ, ਬਹੁਤੇ ਵਿਸ਼ਵਾਸੀ ਉਸ ਵੇਲੇ ਲਿਸਟ ਕੱਢ ਲੈਂਦੇ ਆ, ਰੋਜ਼ਿਆਂ ਤੇ ਆ ਜਾਂਦੇ ਆ, ਬਹੁਤ ਗੱਲਾਂ ਦੇ ਪਿੱਛੇ ਭੱਜਦੇ ਆ। ਲਾਜ਼ਰ ਨੂੰ ਦੇਖੋ, ਬਿਮਾਰ ਲਾਜ਼ਰ ਜਿਹੜਾ ਸੀਗਾ, ਉਹਦੇ ਜ਼ਖਮ ਹੀ ਸੀਗੇ ਨਾ ਸਰੀਰ ਦੇ ਉੱਤੇ, ਪਰ ਉਹਦੀ ਜ਼ੁਬਾਨ ਉਸ ਵੇਲੇ ਵੀ ਚੱਲਦੀ ਸੀਗੀ। ਭਾਵੇਂ ਉਹਦੇ ਜ਼ਖਮਾਂ ਨੂੰ ਆ ਕੇ ਕੁੱਤੇ ਚੱਟਦੇ ਸੀਗੇ, ਚਾਹੇ ਇਨਸਾਨਾਂ ਨੇ ਉਸ ਨੂੰ ਮਰਿਆ ਹੋਇਆ, ਗਲਿਆ ਹੋਇਆ, ਸੜਿਆ ਹੋਇਆ ਸਮਝਿਆ ਸੀ, ਪਰ ਉਸ ਨੇ ਆਪਣੇ ਮੂੰਹ ਦੇ ਵਿੱਚੋਂ ਕੋਈ ਵੀ ਗੱਲ ਪਰਮੇਸ਼ਵਰ ਦੀ ਇੱਛਾ ਦੇ ਖਿਲਾਫ ਨਹੀਂ ਕੀਤੀ। ਉਸ ਨੇ ਕੁਝ ਨਹੀਂ ਕਿਹਾ, ਪ੍ਰਭੂ ਤੂੰ ਕਿੱਥੇ ਹੈ, ਤੂੰ ਮੈਨੂੰ ਕਿਉਂ ਨਹੀਂ ਛਡਾਉਂਦਾ, ਮੈਂ ਇੱਥੇ ਮਰ ਰਿਹਾ ਹਾਂ, ਮੈਨੂੰ ਕਿਉਂ ਨਹੀਂ ਬਚਾਉਂਦਾ। ਅਸੀਂ ਆਪ ਕਈ ਵਾਰੀ ਪ੍ਰਭੂ ਯੇਸ਼ੂਆ ਦੇ ਵੇਲੇ ਦੇ ਵਿੱਚ, ਉਹਦੇ ਸਮੇਂ ਦੇ ਵਿੱਚ ਆਪ ਵਿਘਨ ਪਾਉਂਦੇ ਹਾਂ। ਵਚਨ ਜਦੋਂ ਅਸੀਂ ਕਹਿੰਦੇ ਹਾਂ ਪ੍ਰਭੂ ਯੇਸ਼ੂਆ ਦਾ ਸਮਾਂ ਠੀਕ ਸਮਾਂ ਹੈ, ਗੋਡ ਟਾਈਮ ਇਜ਼ ਦਾ ਬੈਸਟ ਟਾਈਮ, ਪਰ ਕਾਲੇ ਵੀ ਉਸ ਤੋਂ ਵੀ ਉੱਤੇ ਹੁੰਦੇ ਅਸੀਂ। ਵਚਨ ਕਿ ਸਾਨੂੰ ਸਹੀ ਕਹਿੰਦਾ ਹੈ, ਹਰ ਇੱਕ ਸਮਾਂ ਉਹਦੇ ਨਿਯੁਕਤ ਕੀਤਾ ਗਿਆ ਹੈ, ਹਰ ਇੱਕ ਚੀਜ਼ ਦਾ ਇੱਕ ਵੇਲਾ ਦਿੱਤਾ ਗਿਆ ਹੈ। ਹੱਸਣ ਦਾ ਵੇਲਾ ਹੈ, ਰੋਣ ਦਾ ਵੇਲਾ ਹੈ, ਬਿਮਾਰੀ ਦਾ ਵੇਲਾ ਹੈ, ਚੰਗੇ ਹੋਣ ਦਾ ਵੇਲਾ ਹੈ, ਹਰ ਇੱਕ ਚੀਜ਼ ਦਾ ਵੇਲਾ ਹੈ। ਲਾਜ਼ਰ ਨੇ ਉਸ ਵੇਲੇ ਦਾ ਇੰਤਜ਼ਾਰ ਕੀਤਾ। ਉਹਨੇ ਪ੍ਰਭੂ ਦੀ ਇੱਛਾ ਦੇ ਵਿੱਚ ਉਹਨੂੰ ਬਦਲਣ ਦੇ ਲਈ ਕੋਈ ਸਰਲ ਰਾਹ ਨਹੀਂ ਚੁਣਿਆ, ਕੋਈ ਸਰਲ ਰਾਹ ਨਹੀਂ ਚੁਣਿਆ। ਪ੍ਰਭੂ ਯੇਸ਼ੂਆ ਦਾ ਸਮਾਂ ਸਹੀ ਸਮਾਂ ਹੈ, ਉਸਨੇ ਉਸ ਦਾ ਇੰਤਜ਼ਾਰ ਕੀਤਾ। ਇਸ ਕੋੜੀ ਨੇ ਵੀ ਆਣ ਕੇ ਕੀ ਕਿਹਾ, ਪ੍ਰਭੂ ਯੇਸ਼ੂਆ ਜੇ ਤੂੰ ਚਾਹੇ ਮੈਨੂੰ ਸ਼ੁੱਧ ਕਰ ਸਕਦਾ ਹੈ। ਹਾਲੇਲੂਇਆ। ਆਪਣੇ ਆਪ ਨੂੰ ਇਸ ਸਥਿਤੀ ਦੇ ਵਿੱਚ ਲੈ ਕੇ ਆਓ। ਸ਼ਾਇਦ ਤੁਸੀਂ ਵੀ
ਉਹ ਹਾਲਾਤਾਂ ਦਾ ਸਾਹਮਣਾ ਕਰ ਰਹੇ ਹੋ ਜਿਹੜੇ ਹਾਲਾਤ ਤੁਹਾਡੇ ਖਿਲਾਫ ਹਨ। ਤੁਹਾਨੂੰ ਲੱਗ ਰਿਹਾ ਹੈ ਬਿਮਾਰੀ, ਗਰੀਬੀ, ਪ੍ਰੋਬਲਮ, ਉਹ ਚਿੰਤਾਵਾਂ, ਚੁਣੌਤੀਆਂ ਤੁਹਾਡੇ ਅੱਗੇ ਖੜੀਆਂ ਹਨ। ਉਹਨਾਂ ਹਾਲਾਤਾਂ ਦੇ ਵਿੱਚ ਵੀ ਇੱਕ ਵਾਰੀ ਸਮਰਪਣ ਕਰਕੇ ਦਿਲ ਦੇ ਨਾਲ ਕਹੋ, ਪ੍ਰਭੂ ਯੇਸ਼ੂਆ, ਜੇ ਤੂੰ ਚਾਹੇ ਮੈਨੂੰ ਬਾਹਰ ਕੱਢ ਸਕਦਾ ਹੈ, ਜੇ ਤੂੰ ਚਾਹੇ ਮੈਨੂੰ ਚੰਗਾ ਕਰ ਸਕਦਾ ਹੈ, ਜੇ ਤੂੰ ਚਾਹੇ ਮੈਨੂੰ ਉੱਚਾ ਕਰ ਸਕਦਾ ਹੈ, ਜੇ ਤੂੰ ਚਾਹੇ ਮੇਰੇ ਜ਼ਿੰਦਗੀ ਦੇ ਵਿੱਚ ਤੁਸੀਂ ਆ ਸਕਦੇ ਹੋ। ਹਾਲੇਲੂਇਆ। ਔਰ 3 ਆਇਤ ਵਿੱਚ ਲਿਖਿਆ ਹੈ, 3 ਆਇਤ ਵਿੱਚ ਲਿਖਿਆ ਹੈ ਮੱਤੀ ਦੀ 8:3 ਵਿੱਚ, ਤਾਂ ਉਸ ਨੇ ਹੱਥ ਲੰਮਾ ਕਰਕੇ ਛੂਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ, ਅਤੇ ਉਸੇ ਵੇਲੇ ਉਸ ਦਾ ਕੋੜ ਜਾਂਦਾ ਰਿਹਾ। ਹਾਲੇਲੂਇਆ। ਇੱਥੇ ਪ੍ਰਭੂ ਯੇਸ਼ੂਆ ਦੇ ਸੁਭਾਅ ਨੂੰ ਦੇਖੋ, ਪਰਮੇਸ਼ਵਰ ਦੇ ਸੁਭਾਅ ਨੂੰ ਦੇਖੋ। ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜੋ ਪਰਮੇਸ਼ਵਰ ਹੈ, ਜਿਸ ਨੇ ਇੱਕ ਇੱਕ ਚੀਜ਼ ਨੂੰ ਰਚਿਆ ਹੈ, ਇਸ ਧਰਤੀ ਨੂੰ, ਆਸਮਾਨ ਨੂੰ, ਤਾਰਿਆਂ ਨੂੰ, ਸਭ ਨੂੰ ਜਿਸ ਨੇ ਰਚਿਆ ਹੈ, ਸਾਨੂੰ ਵੀ ਆਪਣਾ ਰੂਪ ਦੇ ਕੇ, ਆਪਣਾ ਸਾਹ, ਆਪਣਾ ਆਤਮਾ ਦੇ ਕੇ ਜਿਸ ਨੇ ਸਾਨੂੰ ਰਚਿਆ ਹੈ, ਉਹ ਪਰਮੇਸ਼ਵਰ ਤੁਹਾਡੇ ਲਈ ਕੀ ਯੋਜਨਾਵਾਂ ਰੱਖਦਾ ਹੈ। ਹਾਲੇਲੂਇਆ। ਉਹ ਉਦੋਂ ਹੀ ਪਤਾ ਲੱਗੇਗਾ ਜਦੋਂ ਤੁਸੀਂ ਉਹਦੀ ਆਰਾਧਨਾ ਦੇ ਵਿੱਚ ਰਹੋਗੇ, ਜਦੋਂ ਉਹਦੇ ਨਾਲ ਰਿਸ਼ਤਾ ਗਹਿਰਾ ਬਣਾ ਕੇ ਰੱਖੋਗੇ। ਤਾਂ ਉਹ ਕਹੇਗਾ, ਹਾਂ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ, ਹਾਂ ਮੈਂ ਚਾਹੁੰਦਾ ਹਾਂ ਤੂੰ ਗਰੀਬੀ ਚੋਂ ਨਿਕਲਿਆ ਤੇ ਅਮੀਰੀ ਵਿੱਚ ਆ ਜਾ, ਤਰੱਕੀ ਵਿੱਚ ਆ ਜਾ, ਆਸ਼ੀਸ਼ਾਂ ਵਿੱਚ ਆ ਜਾ। ਉਹ ਚਾਹੁੰਦਾ ਹੈ ਕਿ ਤੁਸੀਂ ਬਿਮਾਰੀਆਂ ਤੋਂ ਬਾਹਰ ਆ ਕੇ ਤੰਦਰੁਸਤੀ ਦਾ ਜੀਵਨ ਜੀਓ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਆਰਾਧਨਾ ਕਰੋ, ਉਸ ਦੇ ਪੁੱਤਰ ਧੀਆਂ ਬਣ ਕੇ ਰਹੋ ਔਰ ਉਸ ਦੀ ਪ੍ਰਜਾ ਬਣ ਕੇ ਰਹੋ। ਉਹ ਚਾਹੁੰਦਾ ਹੈ ਕਿ ਕੋਈ ਵੀ ਜਾਨ ਨਾਸ਼ ਨਾ ਹੋਵੇ, ਇੱਕ ਵੀ ਜਾਨ ਨੂੰ ਉਹ ਨਾਸ਼ ਹੋਣਾ ਨਹੀਂ ਚਾਹੁੰਦਾ। ਹਾਲੇਲੂਇਆ। ਇਸੇ ਕਰਕੇ ਆਪਾਂ ਬਾਈਬਲ ਦੇ ਵਿੱਚ ਦੇਖਦੇ ਹਾਂ 100 ਭੇਡਾਂ ਦੀ ਇੱਕ ਕਹਾਣੀ ਨੂੰ। 99 ਭੇਡਾਂ ਛੱਡ ਕੇ ਜਦੋਂ ਇੱਕ ਭੇਡ ਵੀ ਗਵਾਚਦੀ ਹੈ ਤਾਂ ਉਹ ਜਿਹੜੀ ਉਸ ਦੇ ਲਈ ਚਿੰਤਾ ਕਰਦਾ ਹੈ, ਉਹ 99 ਨੂੰ ਛੱਡ ਕੇ ਇੱਕ ਦੇ ਪਿੱਛੇ ਭੱਜਦਾ ਹੈ। ਜਦੋਂ ਲੱਭ ਜਾਂਦੀ ਹੈ ਤਾਂ ਖੁਸ਼ੀ ਮਨਾਉਂਦਾ ਹੈ। ਉਸੇ ਤਰ੍ਹਾਂ ਹੀ ਪਰਮੇਸ਼ਵਰ ਦਾ ਸੁਭਾਅ ਇੱਥੇ ਦਿਖਾਇਆ ਗਿਆ ਹੈ। ਉਸੇ ਵੇਲੇ ਉਸਨੇ ਆਪਣਾ ਹੱਥ ਲੰਬਾ ਕੀਤਾ। ਇੱਕ ਗੱਲ ਯਾਦ ਰੱਖੋ, ਪਰਮੇਸ਼ਵਰ ਦਾ ਹੱਥ ਬਲਵੰਤ ਹੱਥ ਹੈ। ਪਰਮੇਸ਼ਵਰ ਦਾ ਹੱਥ, ਉਹਦਾ ਸੱਜਾ ਹੱਥ, ਉਹ ਬਲਵੰਤ ਹੱਥ ਹੈ। ਹਾਲੇਲੂਇਆ। ਆਪਣੇ ਆਪ ਨੂੰ ਉਹਦੇ ਬਲਵੰਤ ਹੱਥਾਂ ਦੇ ਵਿੱਚ ਨੀਵਿਆਂ ਕਰੋ, ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇਗਾ। ਹਾਲੇਲੂਇਆ। ਉਹ ਹੱਥ ਹੈ ਜਿਹੜਾ ਤੂਫਾਨਾਂ ਦੇ ਵੱਲ ਖੜ ਜਾਏ ਥੰਮ ਜਾਂਦੇ ਹਨ। ਉਹ ਹੱਥ ਹੈ ਜਦੋਂ ਉਹ ਉਠਾਉਂਦਾ ਹੈ ਤਾਂ ਭੂਤ ਵੀ ਭੱਜ ਜਾਂਦੇ ਹਨ। ਹਾਲੇਲੂਇਆ। ਇਸ ਵਿੱਚ ਦੇਖੋ, ਪ੍ਰਭੂ ਯੇਸ਼ੂਆ ਨੇ ਆਪਣਾ ਹੱਥ ਲੰਬਾ ਕੀਤਾ ਔਰ ਕਿਹਾ, ਮੈਂ ਚਾਹੁੰਦਾ ਹਾਂ ਤੂੰ ਚੰਗਾ ਹੋ ਜਾ, ਔਰ ਉਸੇ ਵੇਲੇ ਹੀ ਉਹਦਾ ਕੋੜ ਜਿਹੜਾ ਹੈ ਜਾਂਦਾ ਰਿਹਾ ਹੈ। ਪ੍ਰਭੂ ਯੇਸ਼ੂਆ ਇਸ ਧਰਤੀ ਦੇ ਉੱਤੇ ਹਰ ਇੱਕ ਨੂੰ ਪਿਆਰ ਕਰਦੇ ਹਨ, ਹਰ ਇੱਕ ਨੂੰ ਬਚਾਉਣਾ ਚਾਹੁੰਦੇ ਹਨ, ਜੋ ਵੀ, ਚਾਹੇ ਉਹ ਉਹਨੂੰ ਜਾਣਦਾ ਚਾਹੇ ਨਹੀਂ ਜਾਣਦਾ, ਪਰ ਪ੍ਰਭੂ ਯੇਸ਼ੂਆ ਉਸ ਨੂੰ ਪਿਆਰ ਕਰਦਾ ਹੈ। ਹਾਲੇਲੂਇਆ। ਜਦੋਂ ਤੁਸੀਂ ਲੂਕਾ ਦੀ ਅੰਜੀਲ 15 ਦੇਖਦੇ ਹਾਂ, ਲੂਕਾ ਦੀ ਅੰਜੀਲ 15, ਮੈਂ ਇਸ ਆਇਤ ਨੂੰ ਮੈਂ ਪੜ੍ਹਦਾ ਤੁਹਾਡੇ ਲਈ। ਪਰ ਉਸ ਦੀ ਚਰਚਾ ਵਧੇਕ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਮਾਂਦਗੀਆਂ ਤੋਂ ਚੰਗੇ ਹੋਣ ਦੇ ਲਈ ਇਕੱਠੀ ਹੋਈ। ਹਾਲੇਲੂਇਆ। ਲੂਕਾ ਦੀ ਅੰਜੀਲ 5 ਅਧਿਆਇ ਦਾ 15 ਵਚਨ ਮੈਂ ਪੜ੍ਹਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਹੁਤੀਆਂ ਗਵਾਹੀਆਂ, ਬਹੁਤੇ ਵਿਸ਼ਵਾਸੀਆਂ ਦੀਆਂ ਗਵਾਹੀਆਂ ਕੁਝ ਲਿਮਟਿਡ ਹੁੰਦੀਆਂ ਹਨ। ਬਸ ਚੰਗਿਆਈ ਮਿਲੀ, ਆਣ ਕੇ ਗਵਾਹੀ ਦਿੱਤੀ, ਪਰ ਬਾਕੀ ਦਾ ਜੀਵਨ ਕੀ ਹੈ, ਉਹੋ ਜਿਹਾ ਹੀ ਹੈ। ਫਿਰ ਉਹ ਅਗਲੀ ਵਾਰੀ ਉਦੋਂ ਦੇਖਦੇ ਹਨ ਜਦੋਂ ਫਿਰ ਕੋਈ ਪ੍ਰੋਬਲਮ ਆਉਂਦੀ ਹੈ। ਜਿਵੇਂ ਬਾਈਬਲ 'ਚ ਲਿਖਿਆ, ਸੱਦੇ ਹੋਏ ਤਾਂ ਬਹੁਤ ਹਨ, ਚੁਣੇ ਹੋਏ ਘੱਟ ਹਨ। ਇਸ ਬੰਦੇ ਦੀ ਗਵਾਹੀ ਦੇਖੋ, ਚੰਗਾ ਹੋ ਗਿਆ, ਧੰਨਵਾਦ ਪ੍ਰਭੂ ਯੇਸ਼ੂਆ ਦਾ। ਉਹਦੇ ਜ਼ਿੰਦਗੀ 'ਚੋਂ ਕੋੜ ਜਾਂਦਾ ਰਿਹਾ, ਉਹਦੀ ਬਿਮਾਰੀ ਜਾਂਦੀ ਰਹੀ, ਉਹ ਆਮ ਜੀਵਨ ਜਿਉਣ
ਲੱਗ ਪਿਆ, ਪਰ ਉਹਦੀ ਚੰਗੇ ਹੋਣ ਦੇ ਉਹਦੀ ਗਵਾਹੀ ਨੇ ਬਾਈਬਲ 'ਚ ਲਿਖਿਆ, ਉਹਦੀ ਜਿਹੜੀ ਚਰਚਾ ਸੀਗੀ ਪ੍ਰਭੂ ਯੀਸ਼ੂ ਦੀ ਬਹੁਤ ਫੈਲ ਗਈ। ਤੁਹਾਡੀ ਗਵਾਹੀ ਕਿੱਥੇ ਤੱਕ ਹੈ? हालेलुया। चंगे हो गए, छुटकारा पा लिया, बस सो गए। अगले चैलेंज का इंतजार है। हुण जदों फिर आएगा, फिर आवांगे, फिर दसांगे कि प्रभु ने कर दिता। हालेलुया। पर इस बंदे दी गवाही ने उस दी चर्चा, प्रभु यीशु दी चर्चा सारे पासे फैला दी। और बाइबल च लिखिया वो कल्ला चंगा होने लई बाकी नहीं सी आउंदे, ओदियां गल्लां सुन भी आउंदे सी, ओदे वचन नूं सुन आउंदे सी, और अपने आप नूं प्रभु यीशु दे नाल जोड़न लई आउंदे सी। मेरे भैणों ते भरावो, मैं तुहानूं तुहाडे ते निर्णय छड्डण दे लई तुहाडे उत्ते निर्णय छड्डदा हां कि तुसीं प्रभु यीशु दे पिछे किस मकसद दे नाल चलदे हो। अपने आप नूं उच्चा करन दे लई, बीमारियां तो चंगे होण दे लई, शांतमई जीवन जीण दे लई, जां प्रभु यीशु नूं आराधना देण दे लई। और तुहाडा जीवन दूजियां दे लई किड्डी इक गवाही है, उस दे लई की तुसीं अपने आप नूं तैयार कीता होया है कि मेरे जीवन दी गवाही दे नाल जिस तरह इस कोड़ी नूं चंगियाई मिलन तो बाद प्रभु यीशु दे नाम दी चर्चा सारे पासे फैल गई, ते लोग कल्ली चर्चा ही नहीं फैली बल्कि लोग प्रभु यीशु दे कोल ओदियां गल्लां सुनन दे लई आउण लग पे और अपनियां मांदगियां नूं ओदे मोरे रखण लग पे। हालेलुया, हालेलुया। मैं तुहानूं एक गल दसनी चाहुंदा हां, प्रभु यीशु दी दया तो आप नज़दीक जाओ और अपने नालदियां नूं भी प्रभु यीशु दी दया दे विच लैके आओ। हालेलुया। प्रभु यीशु दे बारे दूजियां नूं भी दसो कि जिवें उन्हें तुहाडे जीवन दे विच काम कीता है, जिवें तुहानूं उसने उच्चा कीता है, अपने आप दे अंदर प्रभु यीशु दे नाम नूं ना छुपाओ बल्कि दसो, जाके दसो किवें वो तुहाडे जीवन च काम करदा है, किवें उन्हें तुहानूं प्यार कीता है, उस दे बारे चर्चा सारे पासे फैलाओ। ये प्रभु यीशु दी ही इच्छा है कि वो तुहानूं शुद्ध करना चाहुंदा है। मैं तुहानूं दसना चाहुंदा हाँ मेरे भैणों ते भरावो, अगर प्रभु यीशु किसी जीवन दे विच, किसी इंसान दे जीवन दे विच चंगियाई दी, छुटकारे दी इच्छा ना रखदे होण तां भीड़ उत्थे कुछ नहीं कर सकती, पास्टर उत्थे कुछ नहीं कर सकते। हालेलुया। जब तक प्रभु यीशु दी इच्छा नूं तुसी अपने जीवन दे विच नहीं लैके आओगे, जब तक तुसी अपना रिश्ता प्रभु यीशु दे नाल ना बनाओगे, जब तक तुहाडे जीवन तो प्रभु यीशु दे नाम दी चर्चा, उहदे कम्मां दी चर्चा, उहदे प्यार दी चर्चा, उहदे क्रूस दी चर्चा, उहदे वापस आउण दी चर्चा और तुहानूं लैके जाण दी चर्चा जब तक तुसी नहीं फैलाओगे, उदों तक असी भी भीड़ बन के रह जावांगे, असी भी सद्दे होयां विच बन जावांगे। अज तुसी निर्णय लेना है कि तुसी उहदे बेटे बनना है जां भीड़ दे विच रोटियां खा के मच्छियां खा के जाना है। निर्णय तुसी लेना है। अगर तुसी प्रभु यीशु दे उस क्रूस नूं याद करके, उहदे प्यार नूं याद करके अपने जीवन नूं बदलना चाहुंदे हो, अपने जीवन दी गवाही दूसरियां तक लैके जाना चाहुंदे हो, तो अज तुसी अपने आप नूं तैयार कर सकते हो, क्योंकि वो परमेश्वर सब दा परमेश्वर है, वो सर्वज्ञानी सर्वव्यापी परमेश्वर है। अगर तुसी अखां, अपना मन, अपना विश्वास एक दास दे उत्ते लगा के बैठे हो, तो अज अपना मन उस तो हटा के प्रभु यीशु दी वल लगाओ, क्योंकि प्रभु यीशु ही है जो तुहाडे लिए अपना हाथ वधा सकता है। प्रभु यीशु ही है जिसने क्रूस उत्ते अपना सारा लहू बहाया है, उस दी पिठ उत्ते कोड़े तुहाडे लिए मारे गए हैं ताकि तुसी चंगाई पा सको, तुहाडी शिफा हो सके, बीमारियां तो आजाद हो सको। आज अपना जीवन का निर्णय लो कि मेरा जीवन
प्रभु यीशुआ तेरे नाम दी चर्चा वाला फैलाउण वाला होवे। मेरे जीवन दा मकसद प्रभु यीशुआ जिवें तू मैनू चुनिया, मेरा जीवन दा मकसद दूजियां नू चुनन दा बना दे। प्रभु यीशुआ तेरे नाम दी चर्चा फैल जावे। अगर तुसी अपने आप नू तैयार कीता है, अपने दिल ते हाथ रख के मेरे पीछे प्रार्थना कर सकते हो। जो पहली बारी अज प्रभु यीशुआ दे बारे सुन रहे हो, वो प्रार्थना कर सकते हैं। प्रभु यीशुआ मैं तुहाडी आराधना करता, मैं जानिया है तुसी सच्चे परमेश्वर हो, तुसी दुनिया नू, इस सृष्टि नू रचना करने वाले परमेश्वर हो। तुसी मेरी खातर, इस जगत की खातर इस धरती दे उत्ते आए। मैं पाप कीते, मैं पाप करता रहा, पर तुसी अपना लहू बहा के मैनू चंगा कर दिता है। प्रभु यीशुआ, प्रभु यीशुआ मैं अपने दिल का दरवाजा खोलदा हाँ। मेरे दिल विच आ जाओ, मेरे जीवन विच आ जाओ, और मेरा ये जीवन प्रभु यीशुआ तेरे नाम की चर्चा फैलाउण वाला होवे। मेरे जीवन तो तुसी महिमा पाओ। प्रभु यीशु पाप मेरे जीवन चो निकल जाए, पाप दा स्वभाव मेरे जिंदगी चो निकल जाए। तुहाडे पवित्र लहू दे द्वारा जो क्रूस उत्ते बहाया है, जो क्रूस उत्ते बहाया है, मैं छिड़कदा अपने गुप्त अंगां दे उत्ते, अपने गुप्त पाप दे उत्ते, अपने अखां दे उत्ते, अपने अंदरले अंगां दे उत्ते, अपने बाहर दे अंगां दे उत्ते जो भी पाप कीते हैं, जो नशे कीते हैं, जो किसी लिए बुरा सोचा, बुरा कीता है, प्रभु यीशुआ मैं माफी मांगता हूं और तुहाडे लहू च शुद्ध हो जाता हूं। जिन्ने भी मेरे भैन ते भरावां ने आज ये प्रार्थना कीती है कि प्रभु यीशुआ मेरा परमेश्वर है, मैं ओदा हाँ, वो मेरा है, वो ब्लेस हो चुके हैं, वो आशीष पा चुके हैं। आओ मिल के प्रभु यीशुआ के नाम की आराधना करो। यीशु नाम, यीशु नाम, यीशु नाम, यीशु नाम, यीशु नाम, यीशु नाम की जय। यीशु नाम, यीशु नाम, यीशु नाम, यीशु नाम, यीशु नाम, यीशु नाम की जय। यीशु नाम, यीशु नाम, यीशु नाम, यीशु नाम, यीशु नाम, यीशु नाम की जय। यीशु नाम, यीशु नाम, यीशु नाम, यीशु नाम, यीशु नाम, Lift your name. या पशिका तोरंदर सभा प्रभु यीशु हा मसीहा दे पवित्र नाम दे विच सारा बीमारी दा आत्मा छड़ दे, छड़ दे। यीशु दे नाम छड़ के चला जाए। चाहे तुहाडी बीमारी कितनी भी पुरानी क्यों ना होवे, पर प्रभु यीशु दा हाथ तुहानू अज आजाद करता है। रोगां तो चंगे हो जाओ, जिवें बाइबल दे विच लिखिया है। प्रभु यीशु दा वचन कहता है मैं चाहता हाँ शुद्ध हो जाओ। प्रभु यीशु दा वचन कहता है मैं चाहता हाँ चंगे हो जाओ। प्रभु यीशु दा वचन कहता है मैं चाहता हाँ छुटकारा पाओ, छुटकारा पाओ, छुटकारा पाओ, छुटकारा पाओ। दुष्ट आत्मे निकल जाओ, जादू टूने कैंसिल हो जाओ प्रभु यीशु दे नाम दे विच, प्रभु यीशु दे नाम दे विच, प्रभु यीशु दे नाम दे विच तुहाडे उत्ते सारा बीमारी दा आत्मा छड़ जाए, छड़ जाए, छड़ जाए। तुहाडे घरां दे विच गरीबी, बीमारी, सारियां लाहनतां यीशु दे नाम च निकल जाण, यीशु दे नाम च निकल जाण। प्रभु दे वचन नूं याद करो। बाइबल दे वचन च लिखिया होया है मैं चाहता हाँ, मैं चाहता हाँ, मैं चाहता हाँ। जो भी तुहाडे बीमारी, गरीबी, नशा, बांझपन, शरीर दा दर्द,
ਬੇਰੁਜ਼ਗਾਰੀ, ਕੋਈ ਵੀ ਤੁਹਾਡੇ ਸਾਹਮਣੇ ਚੈਲੰਜ ਹੈ, ਜੋ ਵੀ ਤੁਹਾਡੇ ਜੀਵਨ ਵਿੱਚ ਕੋੜ ਹੈ, ਉਹਨੂੰ ਪ੍ਰਭੂ ਯੀਸ਼ੂ ਦੇ ਅੱਗੇ ਲੈ ਜਾ ਕੇ ਕਹੋ, ਪ੍ਰਭੂ ਯੀਸ਼ੂ ਜੇ ਤੂੰ ਚਾਹੇ ਤੁਸੀਂ ਕਰ ਸਕਦੇ ਹੋ। ਔਰ ਵਚਨ ਬਿਆਨ ਕਰਦਾ ਹੈ ਪ੍ਰਭੂ ਯੀਸ਼ੂ ਚਾਹੁੰਦੇ ਹਨ ਚੰਗੇ ਹੋ ਜਾਓ। ਤੁਹਾਡੇ ਅੰਦਰੂਨੀ ਰੋਗ ਚੰਗੇ ਹੋ ਰਹੇ ਹਨ, ਤੁਹਾਡੇ ਲਹੂ ਦੇ ਰੋਗ ਚੰਗੇ ਹੋ ਰਹੇ ਹਨ। ਸਾਰੀ ਬਿਮਾਰੀ, ਸ਼ੂਗਰ ਦੀ ਬਿਮਾਰੀ, ਜੋ ਦਰਦ ਦੀ ਬਿਮਾਰੀ, ਹਰ ਇੱਕ ਦਿਲ ਦੀ ਬਿਮਾਰੀ, ਸਾਰੀਆਂ ਪੱਥਰੀਆਂ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਛੱਡ ਰਹੀਆਂ ਹਨ। ਯਾਰ ਖੱਬਾ ਤੋਂ ਰਸ਼ੀ ਖੱਬਾ ਪਾਪਾ ਤੋਂ ਰਸ਼ੀ ਖੱਬਾ ਯੀਸ਼ੂ ਦੇ ਨਾਮ ਦੇ ਵਿੱਚ, ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਚੰਗੇ ਹੋ ਜਾਓ, ਚੰਗੇ ਹੋ ਜਾਓ, ਚੰਗੇ ਹੋ ਜਾਓ। ਹਾਲੇਲੂਇਆ। ਥੈਂਕ ਯੂ ਯੀਸ਼ੂ, ਥੈਂਕ ਯੂ ਯੀਸ਼ੂ, ਥੈਂਕ ਯੂ ਪ੍ਰਭੂ ਯੀਸ਼ੂ। ਤੁਹਾਡੀ ਚੰਗਿਆਈ ਦੇ ਲਈ, ਤੁਹਾਡੇ ਹੱਥ ਦੇ ਲਈ, ਔਰ ਇਹਨਾਂ ਸਭ ਦੇ ਵਿਸ਼ਵਾਸ ਨੂੰ ਹੋਰ ਵੀ ਉੱਚਾ ਕਰੋ, ਵੱਡਾ ਕਰੋ ਪ੍ਰਭੂ ਯੀਸ਼ੂ। ਜਿਵੇਂ ਅਸੀਂ ਵਚਨ ਦੇ ਵਿੱਚ ਪੜ੍ਹਿਆ ਪ੍ਰਭੂ ਯੀਸ਼ੂ, ਉਸ ਮਨੁੱਖ ਦੇ ਜੀਵਨ ਨੇ, ਉਸ ਮਨੁੱਖ ਦੀ ਚੰਗਿਆਈ ਨੇ ਪ੍ਰਭੂ ਤੁਹਾਡੇ ਨਾਮ ਦੀ ਚਰਚਾ ਚਾਰੇ ਪਾਸੇ ਫੈਲਾ ਦਿੱਤੀ, ਔਰ ਲੋਕ ਤੁਹਾਡੇ ਕੋਲ ਆਏ। ਅਸੀਂ ਚਾਹੁੰਦੇ ਹਾਂ ਸਾਡਾ ਜੀਵਨ ਔਰ ਜੋ ਸਾਡੇ ਨਾਲ ਇਸ ਵਕਤ ਜੁੜੇ ਹੋਏ ਹਨ, ਉਹਨਾਂ ਦੇ ਜੀਵਨ ਦੇ ਵਿੱਚ ਉਹੀ ਕੰਮ ਹੋਵੇ। ਉਹਨਾਂ ਦੇ ਜੀਵਨ ਦੇ ਦੁਆਰਾ ਪ੍ਰਭੂ ਯੀਸ਼ੂ ਤੁਹਾਡਾ ਨਾਮ ਫੈਲ ਜਾਏ, ਔਰ ਲੋਕ ਤੁਹਾਨੂੰ ਜਾਣਨ ਔਰ ਤੁਹਾਡੇ ਪਿੱਛੇ ਚੱਲਣ। ਪ੍ਰਭੂ ਯੀਸ਼ੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ। ਸਾਰਾ ਆਦਰ ਮਾਨ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ। ਪ੍ਰਭੂ ਯੀਸ਼ੂ ਮਸੀਹ ਜੀ ਦੇ ਪਵਿੱਤਰ ਨਾਮ ਚ ਮੰਗਦੇ ਹਾਂ, ਆਮੀਨ, ਆਮੀਨ। ਆਓ ਅਸੀਂ ਆਸ਼ੀਸ਼ ਪਾਈਏ। ਹੁਣ ਪ੍ਰਭੂ ਪਿਤਾ ਦਾ ਪਿਆਰ, ਪ੍ਰਭੂ ਯੀਸ਼ੂ ਦੀ ਸੰਗਤ ਔਰ ਪਵਿੱਤਰ ਆਤਮਾ ਦਾ ਮੇਲ ਮਿਲਾਪ ਹੁਣ ਤੋਂ ਲੈ ਕੇ ਪ੍ਰਭੂ ਯੀਸ਼ੂ ਜੀ ਦੇ ਦੁਬਾਰਾ ਆਉਣ ਤੱਕ ਸਾਡੇ ਸਭ ਦੇ ਨਾਲ ਹੋ। ਸਭ ਜਨ ਮਿਲकर कहें आमीन, आमीन। प्रभु यीशु ਤੁਹਾਨੂੰ बहुत सारी आशीष और बरकत दें। जय मसीह दी। गॉड ब्लेस यू ऑल। थैंक यू यीशु।